ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖ਼ਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਸਤਿਗੁਰੂ ਜੀ ਨੇ ਸ਼ਾਮ ਦੇ ਸਮੇਂ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਆਪ ਜੀ ਮਾਈ ਭਾਈ ਹਰ ਰੋਜ਼ ਸਤਿਗੁਰੂ ਦੇ ਦਰ ਘਰ ਦੀ ਹਾਜ਼ਰੀ ਭਰਦਿਆਂ ਹੋਇਆਂ ਗੁਰੂ ਘਰ ਦੀ ਮਰਜ਼ਾਦਾ ਦੇ ਅਨੁਸਾਰ ਜੋ ਇਤਿਹਾਸ ਕਥਾ ਚੱਲ ਰਹੀ ਹੈ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਬਹੁਤ ਹੀ ਸਤਿਕਾਰਯੋਗ ਮਹਾਨ ਵਿਦਵਾਨ ਸ਼੍ਰੀਮਾਨ ਕਵੀ ਸੰਤਰੇਣ ਪ੍ਰੇਮ ਸਿੰਘ ਜੀ ਜੋ ਕਿ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਅੰਸ਼ ਬੰਸ਼ 12ਵੀਂ ਪੀੜ੍ਹੀ ਵਿੱਚੋਂ ਸਨ, ਜਿਨ੍ਹਾਂ ਇਹ ਇਤਿਹਾਸ ਲਿਖਿਆ ਹੈ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ। ਲੜੀ ਤਹਿਤ ਕੱਲ ਆਪਾਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਾਵਨ ਜੀਵਨ ਦੀ ਕਥਾ ਜਿਹੜੀ ਹੈ ਉਹ ਸਰਵਣ ਕੀਤੀ। 16ਵੇਂ ਘਰ ਦਾ ਪ੍ਰਸੰਗ ਕਿ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਚੇਤ ਸੁਦੀ ਚੌਥ ਵਾਲੇ ਦਿਨ ਮਹਾਰਾਜ ਜੋਤੀ ਜੋਤ ਸਮਾ ਗਏ ਤੇ ਸਾਰੀ ਮਰਜ਼ਾਦਾ ਜਿਵੇਂ ਮਹਾਰਾਜ ਕਹਿ ਕੇ ਗਏ ਹਨ ਗੁਰੂ ਮਹਾਰਾਜ ਗੁਰੂ ਅਮਰਦਾਸ ਜੀ, ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸੁਪੁੱਤਰਾਂ ਪਰਿਵਾਰ ਸਿੱਖ ਸੰਗਤਾਂ ਨੇ ਨਿਭਾਈ ਹੈ। ਤਥਾ ਕਵੀ ਸੰਤਰੇਣ ਪ੍ਰੇਮ ਸਿੰਘ ਜੀ ਨੇ ਫਿਰ ਬੇਨਤੀ ਕੀਤੀ ਵੀ ਮਹਾਰਾਜ ਇਹ ਜਿਵੇਂ ਤੁਹਾਡਾ ਜਿਹੜਾ ਗੁਰੂ ਕੀ ਕਥਾ ਹੈ ਗੁਰ ਕੀ ਕਥਾ ਮਹਿਦ ਮਹੀਆਨ, ਇਹ ਮਹਾਨ ਤੋਂ ਵੀ ਮਹਾਨ ਵੱਡੀ ਤੋਂ ਵੀ ਵੱਡੀ ਹੈ। ਕਿਹੜਾ ਐਸਾ ਕਵੀ ਹੈ
ਜੋ ਇਹਨੂੰ ਕੋਈ ਪੂਰਨ ਤੌਰ ਤੇ ਬਿਆਨ ਕਰ ਸਕੇ। ਇਹ ਭਾਈ ਜਿਵੇਂ ਮਹਾਰਾਜ ਮੱਤ ਬਖਸ਼ਿਸ਼ ਕਰਦੇ ਆ, ਉਸ ਤਰ੍ਹਾਂ ਸੰਤ ਰੇਣ ਜੀ ਕਹਿੰਦੇ ਅਸੀਂ ਇਹ ਇਤਿਹਾਸ ਲਿਖਿਆ, ਫਿਰ ਅਸੀਂ ਕਵਿਤਾ ਦੇ ਵਿੱਚ ਕੋਈ ਬਹੁਤੇ ਸਿਆਣੇ ਨਹੀਂ। ਤੋ ਮਹਾਨ ਵਿਦਵਾਨ ਗੁਣੀ ਜਨ ਭੁੱਲ ਚੁੱਕ ਨੂੰ ਮਾਫ ਕਰਨਗੇ। ਇਹ ਗੁਰਮੁਖੋ ਇਹਨਾਂ ਇਤਿਹਾਸ ਲਿਖਣ ਵਾਲੇ ਗੁਰਮੁਖਾਂ ਦੀ ਨਿਰਮਾਣਤਾ, ਮਹਿਮਾ ਤੇ ਵਡਿਆਈ ਹੈ। ਇਹ ਇਤਿਹਾਸ ਆਪਾਂ ਕੱਲ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਦਾ ਕੱਲ ਤੱਕ ਉਹ ਸਮਾਪਤ ਹੋਇਆ। ਹੁਣ ਅੱਗੇ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੋਂ ਪਹਿਲਾਂ ਵਾਲਾ ਪ੍ਰਸੰਗ ਤੇ ਨਾਲ ਹੀ ਆ ਗਏ ਹਨ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਦੀ ਸੇਵਾ 'ਚ ਕਿਵੇਂ ਆਏ, ਕਿਵੇਂ ਗੁਰਤਾ ਗੱਦੀ ਮਿਲੀ, ਉਹ ਸਾਰਾ ਪ੍ਰਸੰਗ ਪਹਿਲਾਂ ਸਰਵਣ ਕਰ ਚੁੱਕੇ ਹੋ। ਆਓ ਹੁਣ ਗੁਰਤਾ ਗੱਦੀ ਤੇ ਬਿਰਾਜਣ ਉਪਰੰਤ ਤੀਜੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਅਮਰਦਾਸ ਜੀ ਦਾ ਜੀਵਨ ਪ੍ਰਸੰਗ ਸ਼ੁਰੂ ਕਰਦੇ ਨੇ। ਪ੍ਰੇਮ ਔਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਅਕਾਲ ਜੀ ਸਹਾਏ। ਜੋ ਸਭ ਤੋਂ ਸ਼੍ਰੋਮਣੀ ਹੈ, ਅਕਾਲ ਕਾਲ ਤੋਂ ਰਹਿਤ, ਪਰਮੇਸ਼ਰ ਵਾਹਿਗੁਰੂ ਮੰਗਲ ਕਰਦੇ ਨੇ ਕਿ ਉਹ ਸਹਾਏ ਹਰ ਸਮੇਂ ਹੀ ਭਾਈ ਸਹਾਇਕ ਹੈ ਤੇ ਸਹਾਈ ਹੋਣ, ਐਸਾ ਮੰਗਲ ਕੀਤਾ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਐਸੇ ਭਾਈ ਸਭ ਤੋਂ ਸ਼੍ਰੋਮਣੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਹੀ ਫਤਿਹ ਹੈ। ਉਸ ਦੀ ਕਿਰਪਾ ਨਾਲ ਹੀ ਸਭ ਕੁਝ ਫਤਿਹ ਹੁੰਦਾ ਹੈ, ਉਸੇ ਦੀ ਹੀ ਇਹ ਫਤਿਹ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਐਸਾ ਜੋ ਇੱਕ ਅਦਵੈਤ ਸਰੂਪ ਅਦੁੱਤੀ ਬ੍ਰਹਮ ਪਰਮੇਸ਼ਰ ਓੰਕਾਰ ਜੋ ਸਭ ਦਾ ਪ੍ਰਕਾਸ਼ਕ ਹੈ, ਸਤ ਸਰੂਪ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਆਥ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ। ਆਥ ਦਾ ਅਰਥ ਹੈ ਹੁਣ। ਹੁਣ ਭਾਈ ਇਹ ਜੋ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਤ੍ਰਿਤੀਏ ਮਹੱਲੇ ਸ੍ਰੀ ਸਤਿਗੁਰੂ ਅਮਰਦੇਵ ਜੀ ਕੀ ਕਥਾ ਪ੍ਰਾਰੰਭ ਤੇ ਤੀਜੇ ਮਹੱਲੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੀ ਭਾਈ ਕਥਾ ਸੰਤ ਰੇਣ ਜੀ ਕਹਿੰਦੇ ਪ੍ਰਾਰੰਭ ਕਰਦੇ ਹਾਂ। ਦੋਹਰਾ ਉਤਪਤ ਪਾਲ ਸਿੰਘਾਰ ਕੋ ਜੋ ਸਭ ਬਿਦ ਸਮਰੱਥ। ਪਹਿਲਾਂ ਤੇ ਹੁਣ ਉਹ ਮੰਗਲ ਕੀਤੇ ਨੇ ਜੋ ਗੁਰੂ ਸਾਹਿਬਾਨ ਨੇ ਗੁਰਬਾਣੀ ਵਿੱਚ ਕੀਤਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹੁਣ ਆਪਣੇ ਵੱਲੋਂ ਕਾਵ ਰਚਨਾ ਦੇ ਵਿੱਚ ਅਕਾਲ ਪੁਰਖ ਔਰ ਦਸਾਂ ਪਾਤਸ਼ਾਹੀਆਂ ਦਾ ਮੰਗਲ ਕਰਦੇ ਆ। ਉਤਪਤ ਪਾਲ ਸਿੰਘਾਰ ਕੋ ਜੋ ਸਭ ਵਿਦ ਸਮਰੱਥ। ਜੋ ਭਾਈ ਪੈਦਾ ਕਰਨ, ਪਾਲਣ ਔਰ ਸ਼ਿੰਗਾਰ ਕਰਨ ਦੇ ਸਭ ਤਰ੍ਹਾਂ ਕਰਕੇ ਸਮਰੱਥ ਹੈ। ਨਮਸਕਾਰ ਤੇਹ ਕੋ ਸਦਾ ਮਹਿਮਾ ਜਾਏ ਅਕਥ। ਐਸੇ ਅਕਾਲ ਪੁਰਖ ਪਰਮੇਸ਼ਰ ਜੀ ਨੂੰ ਨਮਸਕਾਰ ਹੈ। ਸਦਾ ਹੀ ਹਮੇਸ਼ਾ ਹੀ ਮਹਿਮਾ ਜਾਏ ਅਕਥ, ਜਿਸ ਦੀ ਮਹਿਮਾ ਵਡਿਆਈ ਅਕਥ ਹੈ, ਕਥਨ ਤੋਂ ਵੀ ਉੱਪਰ ਹੈ। ਧਰਿਓ ਰੂਪ ਤੇਹ ਆਏ ਜਗ ਨਾਨਕ ਗੁਰੂ ਕਹਾਏ।
ਉਸ ਅਕਾਲ ਪੁਰਖ ਨੇ ਹੀ ਜਗਤ ਵਿੱਚ ਰੂਪ ਧਾਰ ਕੇ ਆਏ ਔਰ ਗੁਰੂ ਨਾਨਕ, ਸ੍ਰੀ ਗੁਰੂ ਨਾਨਕ ਆਪਣਾ ਨਾਮ ਕਹਾਇਆ ਹੈ। ਬਿਗਨ ਬਿਨਾਸਨ ਜੋ ਸਦਾ ਬੰਦੋਂ ਪਾਵਨ ਪਾਏ। ਜੋ ਭਾਈ ਗੁਰੂ ਨਾਨਕ ਦੇਵ ਜੀ ਸਦਾ ਹਮੇਸ਼ਾ ਹੀ ਬਿਘਨਾਂ ਨੂੰ ਨਾਸ਼ ਕਰਨ ਵਾਲੇ ਹਨ, ਉਹਨਾਂ ਦੇ ਪਵਿੱਤਰ ਚਰਨਾਂ ਤੇ ਬੰਦਨਾ ਕਰਦਾ ਹਾਂ। ਅਜਰ ਜਰਨ ਧੀਰਜ ਧਰਨ ਦੇਤ ਸਰਨ ਜਨ ਦਾਨ। ਫਿਰ ਜੋ ਭਾਈ ਅਜਰ ਨੂੰ ਜਰਨ ਵਾਲੇ, ਧੀਰਜ ਨੂੰ ਧਰਨ ਵਾਲੇ ਤੇ ਸ਼ਰਨ ਆਏ ਹੋਏ ਸੇਵਕ ਜਨਾਂ ਨੂੰ, ਜਾਂ ਜਿਹੜਾ ਕੋਈ ਆ ਗਿਆ ਸ਼ਰਨ ਦੇਣ ਵਾਲੇ ਸੇਵਕਾਂ ਨੂੰ ਦਾਨ ਦਾਤਾਂ ਬਖਸ਼ਣ ਵਾਲੇ, ਸ੍ਰੀ ਅੰਗਦ ਸੁਖ ਸਦਨ ਕੋ ਬੰਦਨ ਕਰੋ ਮਹਾਨ। ਐਸੇ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸੁਖ ਸਦਨ, ਸੁੱਖਾਂ ਦੇ ਘਰ ਨੂੰ ਮੈਂ ਭਾਈ ਮਹਾਨ ਬੰਦਨਾ ਕਰਦਾ ਹਾਂ। ਅਤ ਉਦਾਰ ਬਖਸ਼ਤ ਪ੍ਰਭੂ ਦੋਨੋਂ ਲੋਕ ਆਨੰਦ। ਫਿਰ ਅੱਗੇ ਪਰਮੇਸ਼ਰ ਸਰੂਪ ਗੁਰੂ ਅਮਰਦਾਸ ਜੀ ਅਤ ਉਦਾਰ, ਜੋ ਬਹੁਤ ਹੀ ਸਖੀ ਦਾਤੇ ਹਨ, ਬਖਸ਼ਤ ਬੇਅੰਤ ਦਾਤਾਂ ਬਖਸ਼ਦੇ, ਦੋਨੋਂ ਲੋਕ ਆਨੰਦ, ਫਿਰ ਦੋਨਾਂ ਲੋਕਾਂ ਦਾ ਆਨੰਦ ਬਖਸ਼ਣ ਵਾਲੇ। ਅਮਰਦਾਸ ਸ੍ਰੀ ਸਤਿਗੁਰੂ ਬੰਦੋਂ ਜੁਗ ਕਰ ਬੰਦ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਉਹਨਾਂ ਨੂੰ ਵੀ ਭਾਈ ਦੋਵੇਂ ਹੱਥ ਜੋੜ ਕੇ ਸੰਤ ਰੇਣ ਜੀ ਕਹਿੰਦੇ ਮੈਂ ਬੰਦਨਾ ਕਰਦਾ ਹਾਂ। ਤਰਾਸ ਬਿਨਾਸ ਉਪਾਸ ਕਨ ਪੁਰਹਿ ਦਾਸ ਗਾਨ ਆਸ। ਅੱਗੇ ਚੌਥੇ ਪਾਤਸ਼ਾਹ ਜੀ ਦਾ ਮੰਗਲ ਹੈ। ਭਾਈ ਜੋ ਤਰਾਸ ਬਿਨਾਸ ਉਪਾਸਕਨ, ਜਿਹੜੇ ਕੋਈ ਗੁਰੂ ਦੀ ਉਪਾਸਨਾ ਕਰਨ ਵਾਲੇ ਹੈ, ਉਹਨਾਂ ਦੇ ਤਰਾਸ ਜਾਵੇਂ ਤੇ ਆਦਿਕ ਦੇ ਡਰ ਨੂੰ ਨਾਸ਼ ਕਰਨ ਵਾਲੇ, ਔਰ ਆਪਣੇ ਸੇਵਕਾਂ ਦੀਆਂ ਬੇਅੰਤ ਆਸਾਂ ਨੂੰ ਪੂਰੀਆਂ ਕਰਨ ਵਾਲੇ। ਰਾਮਦਾਸ ਸੁਖ ਰਾਸ ਕੋ ਨਮੋ ਹੁਲਾਸ ਪ੍ਰਕਾਸ਼। ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੋ ਸੁੱਖਾਂ ਦੀ ਰਾਸ ਪੂੰਜੀ ਹਨ, ਉਹਨਾਂ ਨੂੰ ਨਮਸਕਾਰ ਹੈ। ਹੁਲਾਸ ਪ੍ਰਕਾਸ਼, ਆਪਣੇ ਹਿਰਦੇ ਵਿੱਚ ਹੁਲਾਸ ਪੈਦਾ ਕਰਦਾ ਹੈ। ਸ੍ਰੀ ਅਰਜਨ ਸਿਰਜਨ ਆਨੰਦ ਤਰਜਨ ਜਨਨ ਬੇਕਾਰ। ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਿਰਜਨ ਆਨੰਦ, ਜੋ ਆਨੰਦ ਨੂੰ ਸਿਰਜਣ ਵਾਲੇ ਹੈ। ਤਰਜਨ ਜਨਨ ਵਿਕਾਰ, ਆਪਣੇ ਸੇਵਕਾਂ ਦੇ ਵਿਕਾਰਾਂ ਨੂੰ ਤਾੜਨ ਵਾਲੇ ਹਨ। ਵਰਜਨ ਦੁਰਜਨ ਤੇਜ ਕੋ ਤਿਨ ਪਗ ਰਾਜ ਸਿਰ ਧਾਰ। ਔਰ ਜਿਹੜੇ ਭਾਈ ਦੁਰਜਨ, ਬੈਰੀ ਜਨ ਨੇ, ਖੋਟੇ ਅੰਤਰੀ ਵਿਕਾਰ ਇਤਿਆਦਿ ਕੀ ਵਾਰੀ ਵੀ, ਉਹਨਾਂ ਦੇ ਤੇਜ ਨੂੰ, ਪ੍ਰਤਾਪ ਨੂੰ ਵਰਜਣ ਵਾਲੇ, ਰੋਕਣ ਵਾਲੇ। ਐਸੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਤਿੰਨ ਪਗ ਰਾਜ ਸਿਰ ਧਾਰ, ਉਹਨਾਂ ਦੇ ਅਸੀਂ ਭਾਈ ਚਰਨਾਂ ਦੀ ਧੂੜ ਆਪਣੇ ਸਿਰ ਤੇ ਧਾਰਦੇ ਹਾਂ। ਪੀਰੀ ਮੀਰੀ ਜੁਗਨ ਕੀ ਜੁਗ ਤਰਵਾਰਨ ਧਾਰ। ਫਿਰ ਅੱਗੇ ਪੀਰੀ ਸੰਤ ਤੇ ਮੀਰੀ ਰਾਜ, ਇਹ ਸਾਰੇ ਜੁਗਾਂ ਦੀ ਪੀਰੀ ਤੇ ਮੀਰੀ ਜਿਨ੍ਹਾਂ ਨੇ ਧਾਰਨ ਕੀਤੀ। ਜੁਗ ਤਰਵਾਰਨ ਧਾਰ, ਦੋ ਤਲਵਾਰਾਂ ਧਾਰੀਆਂ। ਐਸੇ ਹਰ ਗੋਬਿੰਦ ਗੁਰ ਬੰਦੋਂ ਬਾਰੰਬਾਰ। ਐਸੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਰ-ਬਾਰ ਸੰਤ ਨੈਣ ਜੀ ਕਹਿੰਦੇ ਭਾਈ ਸਾਡੀ ਬੰਦਨਾ ਹੈ। ਹਰੀ ਰਾਏ ਜਿਨ ਆਖੇ ਹੈ ਰੰਕ ਕਰੇ ਜਿਨ ਰਾਏ। ਫਿਰ ਅੱਗੇ ਸੱਤਵੇਂ ਪਾਤਸ਼ਾਹ ਜਿਨ੍ਹਾਂ ਨੂੰ ਭਾਈ ਸ੍ਰੀ ਗੁਰੂ ਹਰੀ ਰਾਏ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਕਿਹਾ ਜਾਂਦਾ ਹੈ, ਜਿਨ੍ਹਾਂ ਨੇ
ਰੰਕ ਕਰੇ ਜਿਨ ਰਾਏ, ਕੰਗਾਲਾਂ ਨੂੰ ਵੀ ਰਾਜੇ ਬਣਾ ਦਿੱਤਾ। ਆਸ ਸਤ ਗੁਰ ਕੇ ਪਦ ਪਦਮ, ਬੰਧਨ ਹੋਏ ਹਮਾਏ। ਐਸੇ ਸਤਿਗੁਰੂ ਜੀ ਦੇ ਚਰਨ ਕਮਲਾਂ ਦੇ ਉੱਤੇ ਸਾਡੀ ਭਾਈ ਹਮੇਸ਼ਾ ਬੰਦਨਾ ਹੈ। ਲਾਲ ਮਿਰਦਲ ਅਤ ਲਲਤ ਜੁਗ, ਕੰਜਨ ਸਮ ਗੁਰ ਪਾਏ। ਫਿਰ ਭਾਈ ਐਸੇ ਗੁਰੂ ਮਹਾਰਾਜ ਜਿਨ੍ਹਾਂ ਦੇ ਲਾਲ ਮਿਰਦਲ, ਬਹੁਤ ਹੀ ਲਾਲ ਔਰ ਮਿਰਦਲ ਕਹੀਏ ਕੋਮਲ, ਅਤ ਲਲਤ ਜੁਤ, ਅਤੀ ਹੀ ਕਹਿੰਦੇ ਜਿਹੜੇ ਫੁੱਲਾਂ ਵਰਗੇ, ਕੰਜਨ ਸਮ, ਕੰਜਨ ਨਾਮ ਜਿਹੜਾ ਹੈ ਕਮਲ, ਜੇ ਕਮਲ ਵਰਗੇ ਜੋ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦੇ ਗੁਰ ਪਾਏ ਗੁਰੂ ਦੇ ਚਰਨ ਹਨ। ਚਰਨ ਗੁਰੂ ਹਰਿਕ੍ਰਿਸ਼ਨ ਕੇ, ਆਲ ਮਨ ਮਿਲ ਸੁਖ ਪਾਏ। ਐਸੇ ਸਤਿਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਜਿਹੜੇ ਚਰਨ ਹਨ, ਤੇ ਸਾਡਾ ਮਨ ਰੂਪੀ ਆਲ ਨਾਮ ਭੌਰੇ ਦਾ ਹੈ, ਜਿਨ੍ਹਾਂ ਤੇ ਇਹ ਮਨ ਰੂਪੀ ਭੌਰਾ ਮਿਲ ਕੇ ਸੁਖ ਪਾਉਂਦਾ ਹੈ। ਚਾਦਰ ਭੇ ਹਿੰਦਵਾਨ ਕੀ, ਬਾਦਰ ਆਨੰਦ ਅਦੋਤ। ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਦੇਖੋ ਜਿਹੜੇ ਹਿੰਦ ਵਾਸੀਆਂ ਦੀ, ਇਸ ਹਿੰਦ ਵਾਸੀਆਂ ਦੇ ਧਰਮ ਦੀ ਚਾਦਰ ਬਣੇ, ਔਰ ਬਾਦਰ ਆਨੰਦ ਅਦੋਤ, ਤੇ ਆਨੰਦ ਦਾ ਬੱਦਲ ਸਰੂਪ ਸਤਿਗੁਰੂ ਜੀ ਪ੍ਰਗਟ ਹੋਏ। ਤੇਗ ਬਹਾਦਰ ਗੁਰ ਨਮੋ, ਸਿਮਰੇ ਹਾਦਰ ਹੋਤ। ਐਸੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਨਮਸਕਾਰ ਹੈ, ਜਿਨ੍ਹਾਂ ਨੂੰ ਸਿਮਰਿਆ ਆਨੰਦ ਖੁਸ਼ੀ ਦੀ ਪ੍ਰਾਪਤੀ ਹੁੰਦੀ ਹੈ। ਕਰੇ ਸਿਆਲ ਤੇ ਸਿੰਘ ਜਿਨ, ਰਾਈ ਮੇਰ ਬਨਾਏ। ਫਿਰ ਅੱਗੇ 10ਵੇਂ ਪਾਤਸ਼ਾਹ ਜਿਨ੍ਹਾਂ ਨੇ ਭਾਈ ਗਿੱਦੜਾਂ ਤੋਂ ਸ਼ੇਰ ਬਣਾਤੇ, ਜਿਨ੍ਹਾਂ ਨੇ ਕਰਾਈ ਤੋਂ ਸਮੇਰ ਬਣਾ ਦਿੱਤਾ ਆਪਣੇ ਸਿੱਖਾਂ ਨੂੰ। ਆਸ ਸ੍ਰੀ ਗੋਬਿੰਦ ਸਿੰਘ ਗੁਰੂ, ਬੰਦੋਂ ਬਿਗਨ ਬਿਲਾਏ। ਐਸੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬੰਦਨਾ ਕਰਦਾ, ਔਰ ਬੰਦਨਾ ਕਰਕੇ ਆਪਣੇ ਬਿਗਨਾਂ ਨੂੰ ਨਾਸ਼ ਕਰਦਾ ਹਾਂ। ਹਰੀ ਪ੍ਰੇਮ ਤਬ ਦਾਸ ਸਨ, ਕਹਿਓ ਬਚਨ ਇਸ ਭਾਏ। ਫਿਰ ਦੱਸਦੇ ਨੇ ਸੰਤ ਰੇਣ ਪ੍ਰੇਮ ਸਿੰਘ ਜੀ ਤ੍ਰੇਹਣ ਬੰਸ, ਕਹਿੰਦੇ ਭਾਈ ਸਾਨੂੰ ਹਰੀ ਪ੍ਰੇਮ, ਜੋ ਬਾਬਾ ਪ੍ਰੇਮ ਸਿੰਘ ਬੇਦੀ ਸਨ, ਉਹਨਾਂ ਨੇ ਦਾਸ ਸਨ, ਸੇਵਕ ਗੁਰਸਿੱਖਾਂ ਸਮੇਤ, ਕਹਿਓ ਬਚਨ ਇਸ ਭਾਏ। ਇਸ ਤਰ੍ਹਾਂ ਸਾਨੂੰ ਅੱਗੇ ਬਚਨ ਕਿਹਾ। ਦਰਸਾਏ ਜੁਗ ਮਹਿਲ ਜਸ, ਤਸ ਤੀਸਰ ਦਰਸਾਏ। ਕਿਹੇ ਸੰਤ ਰੇਣ ਪ੍ਰੇਮ ਸਿੰਘ ਜੀ, ਜਿਵੇਂ ਤੁਸੀਂ ਦਰਸਾਏ ਜੁਗ ਮਹਿਲ ਜਸ, ਜਿਵੇਂ 2 ਮਹੱਲੇ ਭਾਵ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ, ਉਹ ਜਿਵੇਂ ਉਹਨਾਂ ਦੇ ਦਰਸ਼ਨ ਕਰਵਾਏ, ਇਤਿਹਾਸ ਦੱਸਿਆ, ਤਸ ਤੀਸਰ ਦਰਸਾਏ। ਹੁਣ ਉਸੇ ਤਰ੍ਹਾਂ ਤੀਜੇ ਪਾਤਸ਼ਾਹ ਦੇ ਵੀ ਇਤਿਹਾਸ ਦੇ ਸਭ ਦਰਸ਼ਨ ਕਰਵਾਓ ਜੀ। ਆਹੋ ਪਿਆਰੇ ਮਮ ਮੀਤ ਅਤ, ਧੰਨ ਤੋਹੇ ਬੁੱਧ ਉਦਾਰ। ਫਿਰ ਸੰਤ ਰੇਣ ਜੀ ਕਹਿੰਦੇ ਅਸੀਂ ਕਿਹਾ ਵੀ ਐ ਮੇਰੇ ਬਹੁਤ ਹੀ ਪਿਆਰੇ ਮਿੱਤਰ ਬਾਬਾ ਪ੍ਰੇਮ ਸਿੰਘ ਬੇਦੀ, ਤੁਹਾਡੀ ਜਿਹੜੀ ਬੁੱਧੀ ਹੈ ਬਹੁਤ ਉਦਾਰ ਮਹਾਨ ਹੈ, ਧੰਨ ਹੈ। ਸਤਿਗੁਰ ਗਾਥਾ ਸੁਨਨ ਮੋਹ, ਅਤ ਸਹਿ ਦੇਖੈ ਪਿਆਰ। ਜੋ ਤੁਹਾਡੇ ਅੰਦਰ ਸਤਿਗੁਰੂ ਜੀ ਦੀ ਇਹ ਕਥਾ ਸੁਣਨ ਦਾ ਬਹੁਤ ਹੀ ਜ਼ਿਆਦਾ ਪਿਆਰ ਦੇਖਿਆ ਜਾਂਦਾ ਹੈ। ਦਰਸਾਵਹੁ ਤੀਸਰ ਮਹਿਲ, ਸੁਨੋ ਕਥਾ ਮਨ ਲਾਈ। ਕਹਿੰਦੇ ਹੁਣ ਭਾਈ ਤੀਸਰੇ ਮਹੱਲੇ
ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਉਹਨਾਂ ਦੇ ਦਰਸ਼ਨ ਜੀਵਨ ਦੇ ਕਰਵਾਉਂਦੇ ਹਾਂ। ਉਹਨਾਂ ਦੇ ਜੀਵਨ ਦੀ ਕਥਾ ਨੂੰ ਹੁਣ ਮਨ ਲਾ ਕੇ ਸਰਵਣ ਕਰੋ ਜੀ। ਮਨ ਬਾਂਛਤ ਜਹ ਤੇ ਮਿਲੈ, ਕਾਲ ਮਲ ਨਸ਼ਟ ਕਰਾਏ। ਜੋ ਕਥਾ ਦੇ ਨਾਲ ਮਨ ਇੱਛਤ ਫਲ ਪ੍ਰਾਪਤ ਹੁੰਦੇ ਹਨ, ਕਾਲ ਮਲ ਨਸ਼ਟ ਕਰਾਏ, ਤੇ ਨਾਲ ਜਿਹੜੇ ਪਾਪ ਨੇ ਉਹ ਨਸ਼ਟ ਨਾਸ਼ ਹੋ ਜਾਂਦੇ ਐ। ਗੁਰ ਗਾਦੀ ਕੋ ਪਾਏ ਕੈ, ਭਇਓ ਪ੍ਰਕਾਸ਼ ਅਪਾਰ। ਗੁਰਤਾ ਗੱਦੀ ਦੀ ਪ੍ਰਾਪਤੀ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਦਰ ਬੇਅੰਤ ਪ੍ਰਕਾਸ਼ ਬ੍ਰਹਮ ਪੈਦਾ ਹੋ ਗਿਆ, ਭਾਵ ਬ੍ਰਹਮ ਦਾ ਪ੍ਰਕਾਸ਼ ਹੋਇਆ ਹੈ। ਸਿੱਖ ਸੰਗਤ ਜੋਤ ਅਮਰ ਗੁਰ, ਆਏ ਗੋਇੰਦਵਾਰ। ਤੇ ਸਿੱਖ ਸੰਗਤਾਂ ਦੇ ਸਮੇਤ ਸ੍ਰੀ ਗੁਰੂ ਅਮਰਦਾਸ ਜੀ ਹੁਣ ਗੋਇੰਦਵਾਲ ਸਾਹਿਬ ਆ ਗਏ ਹਨ। ਆਏ ਥੇਰੇ ਨਿਜ ਮਹਿਲ ਮਹਿ, ਸਿੱਖ ਸੰਗਤ ਪਰਿਵਾਰ। ਤੇ ਆਪਣੇ ਆ ਕੇ ਮਹਿਲ ਘਰ ਦੇ ਵਿੱਚ ਮਹਾਰਾਜ ਟਿਕ ਗਏ। ਹੋਰ ਸਿੱਖ ਸੰਗਤਾਂ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਪਰਿਵਾਰ ਹੈ। ਪਰ ਗੁਰ ਦੁਤੀਏ ਬਿਰਹੋ ਦੁਖ, ਹੀਏ ਸੋ ਗੁਰੂ ਅਪਾਰ। ਪਰ ਹੁਣ ਗੁਰੂ ਨਾਲੋਂ ਵਿਛੜਨ ਦਾ, ਦੂਜੇ ਪਾਤਸ਼ਾਹ ਮਹਾਰਾਜ ਜੀ ਦੇ ਉਹ ਬਿਰਹੋਂ ਦਾ ਜਿਹੜਾ ਦੁੱਖ ਹੈ, ਗੁਰੂ ਅਮਰਦਾਸ ਜੀ ਦੇ ਹਿਰਦੇ ਵਿੱਚ ਬਹੁਤ ਹੈ। ਚੌਪਈ ਮਿਲਨੋਂ ਬੋਲਨ ਨਹਿ ਕੁਛ ਭਾਵੈ, ਕਿਸੇ ਨਾ ਮਿਲਣਾ ਕਿਸੇ ਨਾ ਬੋਲਣਾ ਉਹ ਮਹਾਰਾਜ ਨੂੰ ਹੁਣ ਕੁਝ ਨਹੀਂ ਭਾਉਂਦਾ ਹੈ। ਨਹਿ ਕਿਸ ਤੇ ਸੁਨਨੋਂ ਚਿਤ ਚਾਵੈ, ਨਾ ਕਿਸੇ ਤੋਂ ਕੁਝ ਸੁਣਨ ਨੂੰ ਹੀ ਚਿਤ ਚਾਹੁੰਦਾ ਹੈ। ਨਿਸਾ ਪਰੀ ਨਹਿ ਭੋਜਨ ਖਾਏ, ਰਾਤ ਪਈ ਮਹਾਰਾਜ ਨੇ ਪ੍ਰਸ਼ਾਦਾ ਨਹੀਂ ਛਕਿਆ। ਨਹਿ ਸੁਖ ਸੇਜਾ ਪਰ ਸੁਪਤਾਏ, ਤੇ ਨਾ ਹੀ ਸੁਖ ਸੇਜਾ, ਸੁਖ ਰੂਪ ਸੇਜਾ ਦੇ ਉੱਤੇ ਮਹਾਰਾਜ ਸੁੱਤੇ ਹਨ, ਆਰਾਮ ਕੀਤਾ ਹੈ। ਸਿੱਖ ਸੰਬੰਧੀ ਕੇਤਕ ਪਾਸ, ਜਿਹੜੇ ਸਿੱਖ ਨੇ ਹੋਰ ਪਰਿਵਾਰ ਦੇ ਸੰਬੰਧੀ ਉਹ ਕਿੰਨੇ ਮਹਾਰਾਜ ਦੇ ਕੋਲ ਹਨ। ਥੇਰੇ ਚਿੰਤ ਨਿੰਦਰਾ ਭੇ ਰਾਸ, ਤੇ ਉਹ ਚਿੰਤਾ ਵਿੱਚ ਹਨ ਕਿ ਮਾਤੇ ਨਿੰਦਰਾ ਵਿੱਚ ਵੀ ਨੇ। ਸਾਰੇ ਇਸ ਚਿੰਤਾ 'ਚ ਮਹਾਰਾਜ ਨੇ ਆਰਾਮ ਵੀ ਨਹੀਂ ਕੀਤਾ ਹੈ। ਸ੍ਰੀ ਗੁਰ ਮਨ ਤਬ ਬਹੁ ਅਕਲਾਈ, ਤੇ ਸ੍ਰੀ ਗੁਰੂ ਮਹਾਰਾਜ ਦਾ ਮਨ ਤਾਂ ਭਾਈ ਬਹੁਤ ਵਿਆਕੁਲ ਜਿਹਾ ਹੋਇਆ ਹੈ। ਜੁਗਲ ਜਾਮ ਜਬ ਨਿਸਾ ਬਿਤਾਈ, ਤੇ ਜਦੋਂ ਦੋ ਪਹਿਰ ਰਾਤ ਇਸੇ ਤਰ੍ਹਾਂ ਬੀਤ ਗਈ। ਸਦਨ ਤਿਆਗ ਤੇ ਭੇ ਤਿਸ ਬੇਰਾ, ਉਸ ਸਮੇਂ ਦੇਖੋ ਮਹਾਰਾਜ ਘਰ ਛੱਡ ਦਿੰਦੇ। ਦੋ ਪਹਿਰ ਤੋਂ ਤਾਂ ਮਹਾਰਾਜ ਉੱਠ ਖੜਦੇ ਹੁੰਦੇ ਸਨ, ਸੇਵਾ 'ਚ ਲੱਗ ਜਾਂਦੇ, ਜਲ ਲੈਣ ਤੁਰ ਪੈਂਦੇ ਸੀ। ਉਸੇ ਤਰ੍ਹਾਂ ਹੀ ਨਿਕਸੇ ਵਹਿਰ ਚੱਲੇ ਬਿਨ ਦੇਰਾ, ਮਹਾਰਾਜ ਘਰ ਤੋਂ ਬਾਹਰ ਨਿਕਲੇ, ਛੇਤੀ ਨਾਲ ਚੱਲੇ ਹਨ। ਬਾਸਰ ਕੀ ਨਗਰੀ ਤੇ ਉਰੇ, ਤੇ ਬਾਸਰ ਕੀ ਨਗਰੀ ਤੋਂ ਉਰੇ ਹੀ ਸੁੰਦਰ ਅਵਨੀ ਤਹਾਂ ਨਿਹੁਰੇ। ਬਾਸਰ ਕੀ ਨਗਰੀ ਬਾਸਰ ਕੇ ਗਿੱਲਾਂ ਪਿੰਡ ਤੋਂ ਬਾਹਰ ਸੁੰਦਰ ਅਵਨੀ, ਸੋਹਣੀ ਸੁੰਦਰ ਧਰਤੀ ਵੇਖੀ। ਧੇਨ ਪਾਲ ਕੋ ਕੋਸ਼ਟ ਹੇਰਾ, ਉੱਥੇ ਭਾਈ ਗਾਈਆਂ ਮੱਝਾਂ ਚਾਰਨ ਵਾਲੇ ਦਾ ਕੋਠਾ ਵੇਖਿਆ ਹੈ। ਤਿਸ ਦਰ ਪਰ ਅਸ ਲਿਖ ਤਿਸ ਬੇਰਾ, ਉਸ ਦਰ ਦੇ ਉੱਤੇ, ਉਸ ਕੋਠੇ ਦੇ ਇਸ ਤਰ੍ਹਾਂ ਮਹਾਰਾਜ ਨੇ ਲਿਖ ਦਿੱਤਾ ਹੈ। ਇਸ ਦਰ ਜੋ ਨਰ ਕਰਹਿ ਉਪਾਰੇ, ਭਾਈ ਇਸ ਦਰ ਨੂੰ ਜੇ ਕੋਈ ਪ੍ਰਾਣੀ ਉਪਾਰੇ ਕਰੇ, ਭਾਵ ਖੋਲੇਗਾ। ਤਿਸ ਕੇ ਗੁਰ ਨਹਿ ਸਿੱਖ ਹਮਾਰੇ, ਉਹਦੇ ਅਸੀਂ ਗੁਰੂ ਨਹੀਂ,
ਤੇ ਉਹ ਸਾਡਾ ਸਿੱਖ ਨਹੀਂ। ਪੁਨ ਭਿੱਤ ਦੇ ਕੋਸ਼ਟ ਪਰਵੇਸ਼ੇ। ਤੇ ਇਸ ਤਰ੍ਹਾਂ ਭਾਈ ਉਹਨਾਂ ਦਰਵਾਜ਼ਿਆਂ ਨੂੰ ਮਹਾਰਾਜ ਭੇੜ ਕਰਕੇ ਕੋਠੇ ਦੇ ਵਿੱਚ ਪ੍ਰਵੇਸ਼ ਕਰ ਗਏ ਹਨ। ਪਦਮਾਸਨ ਕਰ ਸ੍ਰੀ ਗੁਰ ਬੈਸੇ। ਪਦਮਾਸਨ ਲਾ ਕੇ ਸ੍ਰੀ ਗੁਰੂ ਮਹਾਰਾਜ ਬੈਠ ਗਏ। ਅਚਲ ਸਮਾਧ ਅਗਾਧ ਲੱਗੀ ਹੈ। ਅਚਲ ਇੱਕ ਹੁੰਦੀ ਹੈ ਚੱਲ ਚਲਾਏ ਮਨ, ਕਦੇ ਮਨ ਉਧਰ ਕਦੇ ਉਧਰ। ਇੱਕ ਅਚਲ ਸਮਾਧੀ, ਇੱਕ ਰਸ ਅਗਾਧ ਜਿਹੜੀ ਬੇਅੰਤ ਡੂੰਗੀ, ਉਹ ਸਮਾਧੀ ਲੱਗੀ ਹੈ। ਬ੍ਰਹਮ ਸਰੂਪ ਆਨੰਦ ਭਰੀ ਹੈ। ਤਿਉਂ ਬ੍ਰਹਮ ਸਰੂਪ ਆਨੰਦ ਦੇ ਵਿੱਚ ਹੀ ਭਰੀ ਪਰੋਈ ਹੋਈ ਹੈ। ਇਤ ਕੀ ਸੁਨੋ ਕਥਾ ਜਿਸ ਭਾਏ। ਹੁਣ ਇਧਰ ਗੋਇੰਦਵਾਲ ਦੀ ਕਥਾ ਸੁਣੋ ਭਾਈ, ਜਿਸ ਤਰ੍ਹਾਂ ਹੋਈ। ਪ੍ਰਾਤ ਭਈ ਗੁਰ ਨਹਿ ਦਰਸਾਏ। ਇਹ ਸਵੇਰ ਹੋਈ, ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋਏ। ਹੁਣ ਇੱਥੇ ਦੇਖੋ ਸੰਤ ਰੇਣ ਜੀ ਨੇ ਜਿਹੜਾ ਮਹਾਰਾਜ ਦਾ ਬਾਸਰ ਕੇ ਗੱਲਾਂ ਜਾਣਾ, ਉਹ ਇਸ ਭਾਵਨਾ ਨਾਲ ਲਿਖਿਆ, ਕਿਉਂਕਿ ਇਹ ਭਾਵਨਾ ਜਿਵੇਂ ਕਵੀ ਰਾਜ ਸੰਤੋਖ ਸਿੰਘ ਜੀ ਨੇ, ਉਹਨਾਂ ਨੇ ਵਿਸਥਾਰ ਵਿੱਚ ਹਰ ਗੱਲ ਨੂੰ ਖੋਲ੍ਹਿਆ। ਇਹਨਾਂ ਨੇ ਫਿਰ ਇਸ ਨੂੰ ਭਾਵਨਾ ਨਾਲ ਇਉਂ ਲਿਖਤਾ ਵੀ ਗੁਰੂ ਪੁੱਤਰਾਂ ਦੇ ਆਪਾਂ ਕੁਝ ਵੀ ਖਿਲਾਫ ਨਹੀਂ ਕਹਿਣਾ ਕਿਸੇ ਦੇ, ਤੇ ਇਸ ਭਾਵਨਾ ਨਾਲ ਕਿ ਉਹ ਸਾਰੇ ਭਾਈ ਗੁਰੂ ਦੇ ਕੀਤੇ ਉੱਤੇ ਸਹਿਮਤ ਨੇ। ਮਹਾਰਾਜ ਦਾ ਬਾਸਰ ਕੇ ਗਿੱਲਾ ਆਉਣਾ ਇਹ ਸਿਰਫ ਇੱਕ ਬਰਾਗ ਦੀ ਅਵਸਥਾ ਸੀ ਗੁਰੂ ਅੰਗਦ ਦੇ ਮਹਾਰਾਜ ਦੇ ਪ੍ਰਤੀ। ਇਸ ਕਰਕੇ ਇਧਰ ਪ੍ਰਾਤ ਭਈ ਗੁਰ ਨਹਿ ਦਰਸਾਏ। ਸਵੇਰ ਹੋਈ, ਗੁਰੂ ਸਾਹਿਬ ਦੇ ਦਰਸ਼ਨ ਨਾ ਹੋਏ। ਚਿੰਤਾ ਮਾਨ ਭਏ ਸਿੱਖ ਸਾਰੇ। ਸਾਰੇ ਸਿੱਖ ਚਿੰਤਾ ਵਿੱਚ ਹੋ ਗਏ ਹਨ। ਲਾਏ ਦੀਵਾਨ ਵਿਚਾਰ ਵਿਚਾਰੇ। ਦੀਵਾਨ ਲੱਗਿਆ ਵਿਚਾਰਾਂ ਵਿਚਾਰਦੇ ਕਰਦੇ ਹਨ। ਆਪ ਆਪਣੀ ਬੁੱਧ ਅਨੁਸਾਰੇ। ਔਰ ਆਪੋ ਆਪਣੀ ਬੁੱਧੀ ਦੇ ਮੁਤਾਬਕ ਹਿਰਦੈ ਵਿਚਾਰਤ ਬਾਕ ਉਚਾਰੇ। ਹਿਰਦੇ ਵਿੱਚ ਵਿਚਾਰਾਂ ਜੀਆਂ ਕਰਕੇ ਆਪੋ ਆਪਣੇ ਮੂੰਹੋਂ ਉਹ ਗੱਲ ਕਹਿੰਦੇ, ਬਾਕ ਉਚਾਰਦੇ ਨੇ। ਸਤਿਗੁਰ ਹੋਏ ਅੰਤਰ ਧਿਆਨ। ਕੋਈ ਕਹਿੰਦਾ ਵੀ ਸਤਿਗੁਰੂ ਜੀ ਅੰਤਰ ਧਿਆਨ ਹੋ ਗਏ ਨੇ। ਪਹੁੰਚੇ ਆਪਨ ਬਕੁੰਠ ਸਥਾਨ। ਉਹ ਤਾਂ ਲੱਗਦਾ ਆਪਣੇ ਬਕੁੰਠ ਸੱਚਖੰਡ ਸਥਾਨ ਤੇ ਹੀ ਪਹੁੰਚ ਗਏ। ਕਿ ਚਿਤ ਕਹੈ ਬਦੇਸ਼ ਮਝਾਰਾ। ਕੋਈ ਇਹ ਕਹਿੰਦੇ ਨੇ ਵੀ ਇੱਥੋਂ ਹੋਰ ਕਿਸੇ ਦੇਸ਼ ਵਿੱਚ ਪਹੁੰਚੇ। ਸਤਿਗੁਰ ਦਰਸ ਉਦਾਰਾ। ਗੁਰੂ ਪਾਤਸ਼ਾਹ ਮਹਾਰਾਜ ਵੀ ਆਪਣੇ ਮਹਾਨ ਦਰਸ਼ਨ ਦੇਣ ਵਾਸਤੇ ਕਿਤੇ ਹੋਰ ਗਏ ਹਨ। ਜਿਮ ਗੁਰ ਨਾਨਕ ਫਿਰ ਚਹੂ ਓਰ। ਇਉਂ ਕਹਿੰਦੇ ਜਿਵੇਂ ਗੁਰੂ ਨਾਨਕ ਦੇਵ ਜੀ, ਉਹ ਦੇਖੋ ਚਾਰੇ ਪਾਸੇ ਫਿਰੇ ਹਨ। ਸਿੱਖੀ ਬਿਸਥਾਰੀ ਸਭ ਠੋਰ। ਤੇ ਸਾਰੀਆਂ ਜਗ੍ਹਾ ਤੇ ਸਿੱਖੀ ਦਾ ਵਿਸਥਾਰ ਕੀਤਾ ਹੈ। ਦੋਹਰਾ ਕਿ ਚਿਤ ਕਹਿ ਦੁਤੀਏ ਗੁਰੂ ਭੇਥੇ ਲੋਪ ਜਥਾਏ। ਕੁਝ ਇਹ ਕਹਿੰਦੇ ਨੇ, ਦੇਖੋ ਜਿਵੇਂ ਦੂਜੇ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਦੇ ਮਹਾਰਾਜ ਵੀ ਜਿਸ ਤਰ੍ਹਾਂ ਭਾਈ ਅਲੋਪ ਹੋਏ ਸਨ। ਅਮਰ ਗੁਰੂ ਭੀ ਤੈ ਸਹੀ ਜਾਣ ਲਿਹੋ ਮਨ ਮਾਹੇ। ਇਹ ਭਾਈ ਮਨ ਚ ਜਾਣ ਲੋ ਕਿ ਗੁਰੂ ਅਮਰਦਾਸ ਮਹਾਰਾਜ ਵੀ ਉਸੇ ਤਰ੍ਹਾਂ ਹੀ ਅਲੋਪ ਹੋਏ ਹਨ। ਚੌਪਈ ਸਭ ਸੰਗਤ ਇਸ ਚਿੰਤਾ ਮਾਹੀ। ਸਾਰੀਆਂ ਸੰਗਤਾਂ ਇਸ ਚਿੰਤਾ ਵਿੱਚ ਸਨ। ਬ੍ਰਿਧ ਜੀ ਤਬੈ ਸਮਾਧ ਲਗਾਹੀ। ਤਦ ਫਿਰ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਤੁਸੀਂ ਦੱਸੋ। ਤਾਂ ਬਾਬਾ ਬੁੱਢਾ ਜੀ ਨੇ ਸਮਾਧੀ ਲਾਈ ਹੈ। ਤਬ ਗੁਰ ਅੰਗਦ ਦਰਸ਼ਨ ਦੀਨਾ। ਤਦ ਭਾਈ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਮਹਾਰਾਜ ਨੇ ਦਰਸ਼ਨ ਦਿੱਤਾ। ਸਭੈ ਬਿਰਤਾਂਤ ਦਿਖਾਵਨ ਕੀਨਾ। ਤੇ ਸਾਰਾ ਬਿਰਤਾਂਤ ਗੁਰੂ ਅਮਰਦਾਸ ਮਹਾਰਾਜ ਕਿੱਥੇ ਨੇ?
ਉਹ ਸਭ ਦਿਖਾ ਦਿੱਤਾ ਹੈ। ਪੱਗ ਬੰਦੇ ਤਬ ਨੈਣ ਖੁਲਾਈ, ਤੇ ਚਰਨ ਬੰਦਨਾ ਕੀਤੀ, ਇਸ ਤਰ੍ਹਾਂ ਨੇਤਰ ਖੋਲੇ ਹਨ। ਕਹਿਓ ਧੰਨ ਗੁਰ ਬਿਵਤ ਬਤਾਈ। ਕਹਿੰਦੇ ਵੀ ਗੁਰੂ ਸਾਹਿਬ ਧੰਨ ਹੈ ਜਿਨ੍ਹਾਂ ਨੇ ਬਿਵਤ ਆਪਾਂ ਨੂੰ ਇਹ ਬਿਉਂਤ ਦੱਸ ਦਿੱਤੀ। ਮਹਾਰਾਜ ਦੇ ਦੇਖੋ ਦਰਸ਼ਨ ਕਰਕੇ ਬ੍ਰਹਮ ਗਿਆਨੀ ਪੁਰਸ਼ ਆਪਣੀ ਉਸ ਤਾਕਤ ਨੂੰ ਫਿਰ ਵੀ ਲੁਕੋ ਲਿਆ। ਦੁਨੀਆ ਨੂੰ ਇਹ ਕਿ ਅਸੀਂ ਤਾਂ ਅਣਜਾਣ ਆ, ਵੀ ਇਹ ਤਾਂ ਮਹਾਰਾਜ ਨੇ ਹੁਣ ਸਾਨੂੰ ਬਿਉਂਤ ਦੱਸੀ ਹੈ। ਹਾਲਾਂਕਿ ਸਮਾਧੀ ਦਰਸ਼ਨ ਕਰ ਲਏ ਕਿ ਮਹਾਰਾਜ ਤਾਂ ਬਾਸਰ ਕੇ ਗੱਲਾਂ ਬਾਹਰ ਖੇਤਾਂ ਕੋਠੇ 'ਚ ਬੈਠੇ ਆ, ਸਮਾਧੀ ਲੱਗੀ ਹੈ। ਪਰ ਸੰਗਤ ਨੂੰ ਕੀ ਕਿਹਾ ਭਾਈ, ਗੁਰੂ ਸਾਹਿਬ ਨੇ ਇੱਕ ਸਾਨੂੰ ਬਿਉਂਤ ਦੱਸੀ ਹੈ ਸਮਾਧੀ ਵਿੱਚ। ਇੱਕ ਬੜਵਾ ਹੋਤੀ ਗੁਰ ਕੇਰੀ। ਇੱਕ ਗੁਰੂ ਸਾਹਿਬ ਜੀ ਕੋਲ ਘੋੜੀ ਹੁੰਦੀ ਸੀ, ਬੜਵਾ ਨਾਮ ਘੋੜੀ ਦਾ ਹੈ। ਇਹ ਇਤਿਹਾਸ ਵਿੱਚ ਵੀ ਆਉਂਦਾ ਵੀ ਭਾਈ ਪਾਰੋ ਜੀ ਨੇ ਮਹਾਰਾਜ ਨੂੰ ਇਹ ਭੇਟ ਕੀਤੀ ਸੀ। ਲੀਨ ਮੰਗਾਏ ਤਬੈ ਬਿਨ ਦੇਰੀ, ਤੇ ਉਹ ਬਾਬਾ ਬੁੱਢਾ ਜੀ ਨੇ ਬਿਨਾਂ ਦੇਰੀ ਤੋਂ ਭਾਵ ਤੁਰੰਤ ਮੰਗਾ ਲਈ। ਕਹਿਓ ਕਿ ਬਾਹਨ ਗੁਰ ਕੋ ਇਹੋ। ਕਹਿਣ ਲੱਗੇ ਵੀ ਦੇਖੋ ਗੁਰੂ ਅਮਰਦਾਸ ਮਹਾਰਾਜ ਜੀ ਦੀ ਇਹ ਅਸਵਾਰੀ ਹੈ। ਜਥਾ ਬਿਸ਼ਨ ਕੋ ਗਰੜ ਲਖੇਹੋ, ਵੀ ਜਿਵੇਂ ਵਿਸ਼ਨੂੰ ਭਗਵਾਨ ਜੀ ਦੀ ਅਸਵਾਰੀ ਗਰੜ ਹੈ, ਗਰੜ ਨੂੰ ਦੇ ਜਾਣ ਲੋ, ਉਸੇ ਤਰ੍ਹਾਂ ਹੀ ਮਹਾਰਾਜ ਦੀ ਅਸਵਾਰੀ ਹੈ। ਇਸ ਕੋ ਆਵੈ ਸ਼ਿੰਗਾਰਨ ਕੀਜੈ। ਇਉਂ ਕਰੋ ਇਹਦੇ ਕਾਠੀ ਪਾਓ, ਇਹਨੂੰ ਸ਼ਿੰਗਾਰ ਕਰੋ। ਲੈ ਸੰਗ ਹਮਰੇ ਸੰਗ ਚਲੀਜੈ। ਤੇ ਇਹ ਭਾਈ ਸਾਡੇ ਨਾਲ ਲਿਓ, ਲੈ ਸੰਗ ਹਮਰੇ, ਸਾਨੂੰ ਸਾਰਿਆਂ ਨੂੰ ਲੈ ਚੱਲੇਗੀ ਜਾਂ ਸਾਡੇ ਨਾਲ ਹੀ ਚੱਲੂ, ਆਪਾਂ ਸਾਰੇ ਨਾਲ ਚੱਲਾਂਗੇ। ਮਾਨ ਬਚਨ ਘੋੜੀ ਸਿੰਗਾਰੀ, ਤੇ ਉਹ ਬਚਨ ਮੰਨ ਕੇ ਘੋੜੀ ਸ਼ਿੰਗਾਰੀ ਕਾਠੀ ਪਾਈ ਹੈ। ਆਗੇ ਬ੍ਰਿਧ ਜੀ ਅਖਲ ਪਿਛਾਰੀ। ਹੁਣ ਅੱਗੇ ਬਾਬਾ ਬੁੱਢਾ ਜੀ ਹੈ ਤੇ ਸਾਰੇ ਅਖਲ ਨਾਮ ਹੈ ਸਭ ਦਾ ਸਮੂਹ, ਉਹ ਸਾਰੇ ਭਾਈ ਪਿੱਛੇ ਹਨ। ਸ਼ਬਦ ਗੁਰੂ ਕੇ ਮਿਲ ਸਭ ਗਾਵੇ। ਸਾਰੇ ਮਿਲ ਕੇ ਗੁਰੂ ਦੇ ਸ਼ਬਦ ਦਾ ਗਾਇਨ ਕਰਦੇ। ਦਰਸ਼ਨ ਹਿਤ ਬਹੁ ਪ੍ਰੇਮ ਵਧਾਵੇ। ਇਸ ਤਰ੍ਹਾਂ ਦੇ ਸ਼ਬਦ ਜਿਵੇਂ ਗੁਰਬਾਣੀ ਵਿੱਚ ਆਉਂਦੇ ਆ ਕਿ ਮਹਾਰਾਜ ਤੁਹਾਡੇ ਦਰਸ਼ਨਾਂ ਬਿਨਾ, ਦਰਸ਼ਨ ਦੇਖੇ ਤੋਂ ਬਿਨਾ, ਹੇ ਪ੍ਰੀਤਮ ਪਿਆਰੇ ਵਾਹਿਗੁਰੂ, ਸਾਡੇ ਨੇਤਰਾਂ ਵਿੱਚੋਂ ਨੀਰ ਵਹਿ ਚੱਲੈ ਜੀਓ। ਕੋਈ ਕਿਤੇ ਮਹਾਰਾਜ ਦੀ ਬਾਣੀ ਵਿੱਚ ਬਚਨ ਆਉਂਦੇ ਆ ਕਿ ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਾਲਸਾਰ, ਧੰਨ ਸੋ ਦਿਨ ਸੰਜੋਗੜਾ, ਜਿਤ ਡਿਠਾ ਗੁਰ ਦਰਸਾਰ। ਉਸ ਸਮੇਂ ਗੁਰੂ ਨਾਨਕ ਦੇਵ ਮਹਾਰਾਜ ਤੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਸ਼ਲੋਕ ਰੂਪ ਬਾਣੀ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਬਾਣੀ ਹੈ ਤੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਉਚਾਰੇ ਹੋਏ ਸ਼ਲੋਕ ਹੈ, ਜੋ ਮਹਾਰਾਜ ਦੇ 63 ਸ਼ਲੋਕ ਹੈ ਗੁਰਬਾਣੀ ਵਿੱਚ ਗੁਰੂ ਅੰਗਦ ਦੇ ਪਾਤਸ਼ਾਹ। ਇਉਂ ਉਹ ਬਾਣੀ ਜੋ ਜਿਨ੍ਹਾਂ ਦੇ ਵਿੱਚ ਦਰਸ਼ਨਾਂ ਦੀ ਇੱਛਾ ਹੈ, ਇਹ ਇੱਛਾ ਇਸ ਤਰ੍ਹਾਂ ਦੀ ਬਾਣੀ ਵਿੱਚ ਬਹੁਤ ਸ਼ਬਦਾਂ ਵਿੱਚ ਆਉਂਦੀ ਹੈ। ਆਪਾਂ ਪੜ੍ਹਦੇ ਹਾਂ ਨਾ, ਖੰਭ ਵਿਕੰਦੜੇ ਜੇ ਲਾਹਾ, ਕਿੰਨਾ ਸਾਵੀ ਤੋਲ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜੇ ਕਿਤੇ ਖੰਭ ਮਿਲ ਜਾਣ ਵਿਕਦੇ ਹੋਏ, ਤਨ ਜੜਾਈ ਆਪਣੇ ਲਾਹਾ ਸੋ ਸੱਜਣ ਟੋਲ। ਕੋਈ ਕਹਿੰਦਾ ਵੀ ਰੱਬ ਉੱਤੇ ਹੈ, ਕਹਿੰਦੇ ਮੈਂ ਆਪਣੇ ਤਨ ਨਾਲ ਜੋੜ ਲਵਾਂ, ਉੱਡ ਕੇ ਹੀ ਜਾ ਕੇ ਮਿਲ ਲਵਾਂ ਆਪਣੇ ਗੁਰੂ ਪਰਮੇਸ਼ਰ ਨੂੰ। ਇਸ ਤਰ੍ਹਾਂ ਦੀ ਜਾਂ ਮਹਾਰਾਜ ਨੇ ਦੇਖੋ ਲਾਹੌਰ ਤੋਂ ਜਿਵੇਂ ਚਿੱਠੀਆਂ ਲਿਖੀਆਂ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ। ਇਹ ਕਥਾ ਪੰਜਵੇਂ ਪਾਤਸ਼ਾਹ ਜੀ ਦੇ ਜੀਵਨ ਵਿੱਚ ਆ ਜਾਣੀ ਹੈ। ਤੋ ਕਹਿਣ ਦਾ ਭਾਵ ਇਸ ਤਰ੍ਹਾਂ ਦੇ ਦਰਸ਼ਨਾਂ ਦੇ ਪ੍ਰਥਾਏ ਜਿਹੜੇ ਹੈ ਕਿ ਦਰਸ਼ਨਾਂ ਦੇ ਅੰਦਰ ਭੁੱਖ, ਉਹ ਸ਼ਬਦ ਜਿਹੜੇ ਹੈ ਗਾਏ ਜਾ ਰਹੇ। ਦਰਸ਼ਨ ਹਿਤ ਬਹੁ ਪ੍ਰੇਮ ਵਧਾਵੇ।
ਤੇ ਦਰਸ਼ਨਾਂ ਦੇ ਵਾਸਤੇ ਜੋ ਅੰਦਰ ਬਹੁਤਾ ਪ੍ਰੇਮ ਪੈਦਾ ਕਰਦੇ ਹਨ। ਕਿਤਕ ਦੂਰ ਤੈ ਕੋਸ਼ਟ ਦੇਖਾ, ਕੁਝ ਦੂਰੇ ਫਿਰ ਜਾਣੇ ਜਦੋਂ ਜਾਵੜੇ ਕੋਠਾ ਦੇਖਿਆ ਹੈ। ਨਮਸਕਾਰ ਬ੍ਰਿਧ ਕੀਨ ਵਸੇਖਾ, ਤੇ ਬਾਬਾ ਬੁੱਢਾ ਜੀ ਨੇ ਇਉਂ ਅੱਗੇ ਹੋ ਕੇ ਨਮਸਕਾਰ ਕੀਤੀ। ਤਾਹਾਂ ਪਹੁੰਚ ਕਰ ਸੀਸ ਝੁਕਾਵਾ, ਉਥੇ ਪਹੁੰਚ ਕੇ ਆਪਣਾ ਸਿਰ ਝੁਕਾਇਆ ਹੈ। ਪੁਨ ਸਭ ਹਨ ਸੰਗ ਬਚਨ ਲਾਵਾ, ਤੇ ਫਿਰ ਸਾਰਿਆਂ ਨੂੰ ਬਾਬਾ ਜੀ ਨੇ ਬਚਨ ਕਹੇ। ਇਹੋ ਕੋਠਾ ਬਹੁ ਦਿਖਤ ਸੁਹਾਵਾ, ਕਹਿੰਦੇ ਭਾਈ ਆ ਦੇਖੋ ਕੋਠਾ ਕਿੰਨਾ ਸੋਹਣਾ ਸੁੰਦਰ ਦਿਸਦਾ ਹੈ। ਲਖੀਅਤ ਧੇਨ ਪਾਲ ਬਨਵਾਵਾ, ਲੱਗਦਾ ਕੋਈ ਗਊਆਂ ਪਾਲਣ ਵਾਲਾ ਚਾਰਨ ਆਉਂਦਾ, ਉਸ ਨੇ ਬਣਾਇਆ ਹੋਇਆ ਹੈ। ਉਹ ਰਹਿੰਦਾ ਹੋ ਕੁਝ ਸਮੇਂ ਵਾਸਤੇ ਤੇ ਉਸਨੇ ਕੋਈ ਚੰਗਾ ਸੋਹਣਾ ਬਣਾਇਆ ਹੈ। ਇਸ ਕੋ ਦੇਖੋ ਭਲੀ ਪ੍ਰਕਾਰੇ, ਇਸ ਨੂੰ ਭਾਈ ਭਲੀ ਪ੍ਰਕਾਰ ਚੰਗੀ ਤਰ੍ਹਾਂ ਵੇਖੋ। ਮਤ ਪ੍ਰਾਪਤ ਯਹ ਤੇ ਗੁਰ ਪਿਆਰੇ, ਕਿ ਮਤਾ ਗੁਰੂ ਪਿਆਰਾ ਆਪਾਂ ਨੂੰ ਇੱਥੋਂ ਹੀ ਮਿਲ ਜਾਵੇ। ਅਸ ਕਹਿ ਕੋਸ਼ਟ ਚੌਹ ਦਿਸ ਫਿਰੈ, ਇਸ ਤਰ੍ਹਾਂ ਕਹਿ ਕਿ ਉਸ ਕੋਠੇ ਦੇ ਚਾਰੇ ਪਾਸੇ ਫਿਰੇ ਹਨ। ਦਰ ਕੋ ਤਬੈ ਨਿਹਾਰਨ ਕਰੇ, ਤੇ ਫਿਰ ਦਰਵਾਜੇ ਨੂੰ ਵੇਖਣਾ ਕੀਤਾ। ਅੱਖਰ ਲਿਖੇ ਦੇਖ ਇੱਕ ਕਹਿਓ, ਉਸ ਦਰਵਾਜੇ ਤੇ ਅੱਖਰ ਲਿਖੇ ਹੋਏ ਨੇ, ਦੇਖ ਕੇ ਇੱਕ ਸਿੱਖ ਕਹਿੰਦਾ ਸਭ ਆਵੋ ਇੱਕ ਪਤਾ ਸੁਲਹਿਓ, ਵੀ ਸਾਰੇ ਉਧਰ ਆ ਜਾਓ, ਇੱਕ ਆ ਪਤਾ ਲੱਗ ਗਿਆ ਹੈ। ਗਏ ਧਾਏ ਸਭ ਦੇਖਿਓ ਜਾਏ, ਜਦੋਂ ਸਭ ਭੱਜ ਕੇ ਗਏ ਤੇ ਵੇਖਿਆ ਹੈ। ਬ੍ਰਿਧ ਪਠ ਕਰ ਸਭ ਦੀਨ ਸੁਨਾਏ, ਬਾਬਾ ਬੁੱਢਾ ਜੀ ਨੇ ਪੜ੍ਹ ਕਰਕੇ ਸਾਰਿਆਂ ਨੂੰ ਇਹ ਸੁਣਾ ਦਿੱਤਾ। ਆਏ ਇਹਾਂ ਦਰ ਖੋਲ੍ਹੈ ਜੋ, ਕਿ ਜਿਹੜਾ ਵੀ ਕੋਈ ਆ ਕੇ ਦਰਵਾਜ਼ੇ ਨੂੰ ਖੋਲ੍ਹੇਗਾ। ਹਮ ਨਹਿ ਗੁਰੂ ਸਿੱਖ ਨਹਿ ਸੋ, ਤੇ ਅਸੀਂ ਉਹਦੇ ਗੁਰੂ ਨਹੀਂ, ਉਹ ਸਾਡਾ ਸਿੱਖ ਨਹੀਂ ਹੈ। ਇਹ ਗੁਰੂ ਸਾਹਿਬ ਨੇ ਬਚਨ ਲਿਖੇ ਹੋਏ ਐ। ਸੁਨ ਸੰਗਤ ਸਗਰੀ ਬਿਸਮਾਨੀ, ਇਹ ਸੁਣ ਕੇ ਸਾਰੀ ਸੰਗਤ ਹੈਰਾਨ ਹੋਈ। ਕਿਸਹੂ ਕਹੀ ਜਾਏ ਨਹਿ ਬਾਨੀ, ਕਿਸੇ ਤੋਂ ਵੀ ਹੁਣ ਕੁਝ ਬੋਲਿਆ ਨਹੀਂ ਜਾ ਰਿਹਾ ਹੈ। ਸ੍ਰੀ ਬੁੱਢੇ ਮਨ ਜੁਗਤ ਬਨਾਈ, ਤਾਂ ਭਾਈ ਬਾਬਾ ਬੁੱਢਾ ਜੀ ਉਹਨਾਂ ਨੇ ਮਨ ਵਿੱਚ ਜੁਗਤੀ ਬਣਾਈ ਹੈ। ਅਸ ਬਿਦ ਕਹੀ ਸੰਗਤ ਕੇ ਪਾਈ, ਇਸ ਤਰ੍ਹਾਂ ਭਾਈ ਸੰਗਤ ਨੂੰ ਕਿਹਾ। ਹੋਏ ਦੋਸ਼ ਜੇ ਖੋਲੈ ਦੁਆਰਾ, ਭਾਈ ਦਰਵਾਜ਼ੇ ਤੇ ਲਿਖਿਆ ਹੈ ਨਾ ਕਿ ਦਰਵਾਜ਼ਾ ਗੁਰਮੁਖੋ ਇਹੀ ਜੁਗਤੀ ਹੈ। ਜਿਹੜਾ ਆਪਾਂ ਕਹਿੰਦੇ ਵੀ ਸਾਧੂ ਸੰਤ ਕੋਲੇ ਜੁਗਤੀ ਹੁੰਦੀ ਹੈ ਗੁਰੂ ਨਾਲ ਜੋੜਨ ਦੀ, ਆਹੀ ਜੁਗਤੀ ਹੈ। ਇਹ ਕਹਿੰਦੇ ਵੀ ਹੋਏ ਦੋਸ਼ ਜੇ ਖੋਲੈ ਦੁਆਰਾ, ਜੇ ਦਰਵਾਜ਼ਾ ਖੋਲਾਂਗੇ ਫੇਰ ਹੀ ਦੋਸ਼ ਹੈ। ਮਹਾਰਾਜ ਨੇ ਕਿਹਾ ਦਰਵਾਜ਼ਾ ਨਹੀਂ ਖੋਲਣਾ ਹੈ। ਸ੍ਰੀ ਸਤਿਗੁਰ ਨੇ ਐਸੋ ਚਾਰਾ, ਤੋ ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਨੇ ਇਸ ਤਰ੍ਹਾਂ ਹੀ ਇਹ ਕਿਹਾ ਹੋਇਆ ਹੈ। ਅਪਰ ਥਾਨ ਕੋ ਪਾਰਨ ਕਰੈ, ਆਪਾਂ ਇਉਂ ਕਰਦੇ ਹਾਂ, ਆਪਾਂ ਦਰਵਾਜ਼ਾ ਖੋਲਦੇ ਨਹੀਂ, ਹੋਰ ਜਗ੍ਹਾ ਤੋਂ ਦੀ ਪਾੜ ਲਾਉਨੇ ਆ। ਪਾਰਨ ਕਰੇ ਕੰਧ ਪਾੜਦੇ ਹਾਂ। ਤਹਾਂ ਨਹੀਂ ਇਹੋ ਦੋਸ਼ ਨਿਹਰੈ, ਤੇ ਉੱਥੋਂ ਫਿਰ ਕੋਈ ਦੋਸ਼ ਨਹੀਂ। ਇਹ ਤਾਂ ਨਹੀਂ ਕਿਹਾ ਕਿ ਅੰਦਰ ਨਾ ਆਇਓ, ਇਹ ਕਿਹਾ ਦਰਵਾਜ਼ਾ ਨਹੀਂ ਖੋਲਣਾ ਹੈ। ਆਪਾਂ ਦਰਵਾਜ਼ਾ ਖੋਲਦੇ ਹੀ ਨਹੀਂ, ਪਾੜ ਲਾ ਲੈਨੇ ਆ। ਤੇ ਜਿਹਨੂੰ ਆਮ ਸੰਨ ਕਹਿ ਦਿੰਦੇ, ਅੱਗੇ ਕਹਿੰਦੇ ਚੋਰਾਂ ਨੇ ਸੰਨ ਲਾ ਲਈ। ਤਹਾਂ ਨਹੀਂ ਉਹ ਦੋਸ਼ ਨਿਹਰੈ, ਉੱਥੇ ਤਾਂ ਨਹੀਂ ਇਹ ਦੋਸ਼ ਵੀਰੇ ਇਸ ਤਰ੍ਹਾਂ ਵੇਖਿਆ ਜਾਵੇਗਾ। ਅਸ ਸੁਨ ਸਭ ਨੇ ਮਾਨ ਭਲੇਰੀ, ਇਹ ਸੁਣ ਕੇ ਸਭ ਨੇ ਇਹ ਗੱਲ ਭਲੀ ਮੰਨੀ ਹੈ। ਕੋਸ਼ਟ ਪਿਛਾਰੀ ਗੇ ਬਿਨ ਦੇਰੀ, ਕੋਠੇ ਦੇ ਪਿਛਲੇ ਪਾਸੇ ਫਿਰ ਬਿਨਾਂ ਦੇਰੀ ਤੋਂ ਸਭ ਪਹੁੰਚੇ। ਇੱਕ ਖੰਦਨੀ ਕਿਤ ਤੇ ਤਬ ਲਈ,
ਤੇ ਇੱਕ ਖੰਦਨੀ ਛੋਟੀ ਜੀ ਕਹੀ ਕਿਤੋਂ ਉਹਨਾਂ ਲਈ ਹੈ। ਪਾਰ ਭੀਤ ਇੱਕ ਗਰੀ ਕਰਈ, ਉਹ ਭੀਤ ਨਾਮ ਕੰਧ ਦਾ ਹੈ। ਕੰਧ ਤੋਂ ਪਾਰ ਇੱਕ ਗਲੀ, ਭਾਵ ਉਹ ਦਰਵਾਜ਼ਾ, ਜਿਹੜੀ ਕੰਧ ਦੀਵਾਰਾਂ ਨੂੰ ਪਾੜ ਕੇ ਇੱਕ ਮੋਗਰਾ ਜਿਹਾ ਕੱਢ ਲਿਆ, ਮੋਰੀ ਕਰ ਲਈ, ਸੰਨ ਬਣਾ ਲਿਆ ਹੈ। ਪਸ਼ਚਮ ਦਿਸ ਮਹਿ ਕੋਸ਼ਟ ਦੁਆਰਾ, ਇਹ ਜਿਹੜਾ ਦਰਵਾਜ਼ਾ ਸੀ ਇਹਦਾ ਜਿਹੜਾ ਕੋਸ਼ਟ ਦਾ, ਕੋਠੇ ਦਾ, ਉਹ ਪੱਛਮ ਦਿਸ਼ਾ ਵੱਲ, ਪੂਰਬ ਦਿਸ਼ਾ ਪਾਰ ਕੋ ਪਾਰਾ, ਇਧਰੋਂ ਪੂਰਬ ਵਾਲੇ ਪਾਸਿਓਂ ਪਾੜ ਪਾ ਲਿਆ ਹੈ। ਅੰਤਰ ਧੀਰਜ ਧਾਰ ਪ੍ਰਵੇਸ਼ਾ, ਤੇ ਅੰਦਰ ਧੀਰਜ ਧਾਰ ਕੇ ਬਾਬਾ ਬੁੱਢਾ ਜੀ ਪ੍ਰਵੇਸ਼ ਕਰ ਗਏ। ਵਿਖੇ ਗੁਰੂ ਤਬ ਕੀਨ ਆਦੇਸ਼ਾ, ਗੁਰੂ ਅਮਰਦਾਸ ਮਹਾਰਾਜ ਵੇਖੇ ਬਾਬਾ ਜੀ ਨੇ ਆਦੇਸ਼ ਨਮਸਕਾਰ ਕੀਤੀ। ਆਸਣ ਲਾਏ ਸਮਾਧ ਅਗਾਧਾ, ਜੋ ਅਗਾਧ ਸਮਾਧੀ ਲੱਗੀ ਹੈ, ਆਸਣ ਲਾਇਆ ਹੈ। ਬ੍ਰਹਮ ਰੂਪ ਇੱਕ ਅਚਲ ਅਬਾਧਾ, ਜੋ ਬ੍ਰਹਮ ਰੂਪ ਇੱਕ ਲਗਾਤਾਰ ਚੱਲ, ਇੱਕ ਰਸ ਆਬਾਦ ਬਾਬਾ ਬੁੱਢਾ ਜੀ ਨੇ ਵੇਖੇ ਮਹਾਰਾਜ ਸਮਾਧੀ ਵਿੱਚ ਹਨ। ਪਦ ਅਰਬਿੰਦ ਬੰਦਨਾ ਧਾਰੀ, ਤੇ ਗੁਰੂ ਮਹਾਰਾਜ ਦੇ ਚਰਨ ਕਮਲਾਂ ਨੂੰ ਫੜ ਕੇ ਬਾਬਾ ਬੁੱਢਾ ਜੀ ਨੇ ਬੰਦਨਾ ਕੀਤੀ। ਕਰ ਸਪਰਸ਼ ਕਰ ਥਿਰਿਓ ਅਗਾਰੀ, ਹੱਥਾਂ ਨਾਲ ਮਹਾਰਾਜ ਦੇ ਚਰਨ ਸਪਰਸ਼ ਕਰਕੇ ਫਿਰ ਅੱਗੇ ਬੈਠ ਗਏ। ਸੁਬਤ ਸੁਹਾਥ ਸਮਾਧ ਵਿਰਾਮ, ਇਹ ਚਰਨਾਂ ਨੂੰ ਹੱਥ ਛੂਹੇ ਤਾਂ ਗੁਰੂ ਮਹਾਰਾਜ ਜੀ ਸਮਾਧੀ ਤੋਂ ਵਿਰਾਮ ਹੋਏ, ਭਾਵ ਜੋ ਸਮਾਧੀ ਸਥਿਤ ਸਨ। ਖੁੱਲੇ ਸੋ ਲੋਚਨ ਕਿਰਪਾ ਸੋ ਧਾਮ, ਮਹਾਰਾਜ ਦੇ ਸ੍ਰੇਸ਼ਟ ਨੇਤਰ ਜਿਹੜੇ ਹੈ ਉਹ ਖੁੱਲੇ ਹਨ, ਜੋ ਕਿਰਪਾ ਦਾ ਘਰ ਨੇ। ਦੇਖ ਬ੍ਰਿਧ ਕੋ ਬਾਕੋ ਚਾਰਾ, ਸਾਹਮਣੇ ਬਾਬਾ ਬੁੱਢਾ ਜੀ ਨੂੰ ਬੈਠੇ ਵੇਖ ਕੇ ਬਚਨ ਕਿਹਾ, ਕਿਮ ਤੈ ਟਾਰਿਓ ਹੁਕਮ ਹਮਾਰਾ, ਕਿ ਤੂੰ ਸਾਡਾ ਹੁਕਮ ਕਿਵੇਂ ਟਾਲ ਦਿੱਤਾ। ਸ੍ਰੀ ਗੁਰ ਹਮ ਨਹਿ ਆਇਸ ਟਾਰੀ, ਬਾਬਾ ਜੀ ਕਹਿੰਦੇ ਹੇ ਸ੍ਰੀ ਗੁਰੂ ਅਮਰਦਾਸ ਮਹਾਰਾਜ, ਇਹ ਯਾਦ ਰੱਖਣਾ ਕਿ ਉਸ ਸਮੇਂ ਜਵਾਨੀ ਦੀ ਉਮਰ ਵਿੱਚ ਹੈ ਬਾਬਾ ਬੁੱਢਾ ਜੀ, ਨਾਮ ਹੈ ਬੁੱਢਾ। ਉਹ ਬਾਬਾ ਜੀ ਕਹਿਣ ਲੱਗੇ ਵੀ ਹੇ ਗੁਰੂ ਅਮਰਦਾਸ ਪਾਤਸ਼ਾਹ, ਅਸੀਂ ਤੁਹਾਡੀ ਆਗਿਆ ਨਹੀਂ ਟਾਲੀ ਹੈ, ਕੋਈ ਹੁਕਮ ਨਹੀਂ ਮੋੜਿਆ। ਤਾਜਦਾਰ ਫੋਰਿਓ ਦਵਾਰ ਪਿਛਾਰੀ, ਅਸੀਂ ਦਰਵਾਜ਼ਾ ਖੋਲਿਆ ਹੀ ਨਹੀਂ ਮਹਾਰਾਜ, ਦਰਵਾਜ਼ਾ ਛੱਡਤਾ। ਅਸੀਂ ਤਾਂ ਉਹ ਦੇਖੋ ਕੰਧ ਦੇ ਪਿੱਛੋਂ ਛੋਟਾ ਜਿਹਾ ਇੱਕ ਮੋਗਰਾ ਜਿਹਾ ਕੱਢ ਲਿਆ, ਕੰਧ ਭੰਨੀ ਹੈ। ਸਭ ਸਿੱਖਨ ਮਨ ਵਿਆਕੁਲ ਹੇਰਾ, ਤੇ ਮਹਾਰਾਜ ਇਹ ਤਾਂ ਹੋਇਆ ਵੀ ਮੈਂ ਸਾਰੇ ਸਿੱਖਾਂ ਦਾ ਮਨ ਵਿਆਕੁਲ ਵੇਖਿਆ। ਦੁਰੇ ਆਪ ਕਰ ਜਗਤ ਅੰਧੇਰਾ, ਤੁਸੀਂ ਤਾਂ ਮਹਾਰਾਜ ਆਪ ਇੱਥੇ ਛੁਪ ਕੇ ਬੈਠ ਗਏ, ਜਗਤ ਵਿੱਚ ਹਨੇਰਾਈ ਕਰ ਦਿੱਤਾ ਹੈ। ਇਹੋ ਬਿਧ ਕਿਉਂ ਕਰ ਬਨੇ ਗੁਸਾਈ, ਹੇ ਮਾਲਕ ਜੀ ਇਸ ਤਰ੍ਹਾਂ ਦੀ ਵਿਧੀ ਕਿਉਂ ਕਰਕੇ ਬਣਾਈ ਹੈ। ਦੁਰਹੋ ਆਪ ਸੰਗਤ ਦੁਖ ਪਾਹੀ, ਆਪ ਤੁਸੀਂ ਗੁਪਤ ਹੋ ਕੇ ਬੈਠੇ ਤੇ ਸੰਗਤਾਂ ਮਹਾਰਾਜ ਦੁੱਖ ਪਾਉਂਦੀਆਂ ਹਨ। ਨਿਕਸੋ ਵਹਿਰ ਦਿਖਾਵੋ ਦਰਸ਼ਨ, ਮਹਾਰਾਜ ਬਾਹਰ ਨਿਕਲੋ, ਸੰਗਤਾਂ ਨੂੰ ਦਰਸ਼ਨ ਦਿਓ। ਕਰ ਹੈ ਸੰਗਤ ਪਾਇਨ ਪਰਸਨ, ਮਹਾਰਾਜ ਸੰਗਤ ਤੁਹਾਡੇ ਚਰਨ ਪਰਸਣਾ ਕਰ ਚਾਹੁੰਦੀ ਹੈ। ਸ੍ਰੀ ਅੰਗਦ ਕੀ ਸਿਮਰਹੁ ਸਿੱਖਿਆ, ਫਿਰ ਮਹਾਰਾਜ ਦੇਖੋ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਨੇ ਵੀ ਤੇ ਹੀ ਤੁਹਾਨੂੰ ਬਚਨ ਕਹੇ, ਨਾਮ ਜਪਾਏ ਕਰੋ ਸਿੱਖ ਰੱਖਿਆ, ਕਿ ਨਾਮ ਜਪਾ ਕੇ ਆਪਣੇ ਸਿੱਖਾਂ ਦੀ ਰੱਖਿਆ ਕਰਨੀ ਹੈ। ਸੁਨਤ ਭਏ ਸ੍ਰੀ ਅਮਰ ਪ੍ਰਸੰਨ, ਇਹ ਸੁਣ ਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਪ੍ਰਸੰਨ ਹੋਏ। ਕਹਿਤ ਭਏ ਬ੍ਰਿਧ ਜੀ ਤੁਮ ਧੰਨ,
ਮਹਾਰਾਜ ਕਹਿਣ ਲੱਗੇ, ਹੇ ਬਾਬਾ ਬੁੱਢਾ ਤੂੰ ਭਾਈ ਧਨ ਹੈ, ਸੁਣ ਕਰ ਬ੍ਰਿਧ ਤਬ ਬਾਕ ਬਖਾਨੇ। ਇਹ ਸੁਣ ਕੇ ਬਾਬਾ ਜੀ ਨੇ ਫਿਰ ਬਚਨ ਕਹੇ, ਸਭ ਸਿੱਖਨ ਕੇ ਤੁਮ ਹੋ ਪ੍ਰਾਨੇ। ਮਹਾਰਾਜ ਤੁਸੀਂ ਸਾਰੇ ਸਿੱਖਾਂ ਦੇ ਪ੍ਰਾਣ ਹੋ, ਸੰਗਤ ਆਪਣੀ ਵਿਆਕੁਲ ਜਾਨੋ। ਆਪਣੀ ਸੰਗਤ ਨੂੰ ਜਾਣ ਲੋ ਕਿ ਉਹ ਬਹੁਤ ਵਿਆਕੁਲ ਹੈ। ਦਰਸ਼ਨ ਦੇਹੋ ਕਸ਼ਟ ਕੋ ਹਾਨੋ। ਆਪ ਜੀ ਦਰਸ਼ਨ ਦੇਵੋ, ਸੰਗਤਾਂ ਦੇ ਕਸ਼ਟ ਦੁੱਖਾਂ ਨੂੰ ਦੂਰ ਕਰੋ। ਧਰਹਿ ਕਾਮਨਾ ਪੂਰਨ ਕਰੀਐ। ਤੇ ਮਹਾਰਾਜ ਜੋ ਵੀ ਸੰਗਤਾਂ ਨੇ ਕਾਮਨਾ ਧਾਰੀਆਂ ਹੋਈਆਂ, ਆਪ ਕਿਰਪਾ ਕਰਕੇ ਪੂਰਨ ਕਰੋ। ਬਿਰਦ ਕਿਰਪਾਲ ਸਦੀਵ ਵਿਚਰੀਐ। ਜੋ ਤੁਹਾਡਾ ਬਿਰਦ ਹੈ ਕਿਰਪਾਲੂ, ਕਿ ਹਰੇਕ ਤੇ ਕਿਰਪਾ ਕਰਨੀ, ਇਹਨੂੰ ਹਮੇਸ਼ਾ ਮਹਾਰਾਜ ਵਿਚਾਰੋ ਜੀ। ਬਿਨਤੀ ਕਰਕੇ ਬਾਕ ਉਚਾਰਾ। ਤੇ ਬੇਨਤੀ ਕੀਤੀ ਹੈ, ਇਸ ਤਰ੍ਹਾਂ ਬਚਨ ਕਿਹਾ, ਉਠੋ ਆਪ ਅਬ ਖੋਲੋ ਦੁਆਰਾ। ਤੇ ਗੁਰੂ ਸਾਹਿਬ ਜੀ ਨੇ ਕਿਹਾ ਵੀ ਚੰਗਾ ਫਿਰ ਬਾਬਾ ਬੁੱਢਾ ਉੱਠ ਕੇ ਦਰਵਾਜ਼ਾ ਖੋਲ ਦੇ। ਸੁਣ ਕੇ ਬ੍ਰਿਧ ਜੀ ਆਨੰਦ ਬਿਲੰਦਿਓ। ਇਹ ਸੁਣ ਕੇ ਬਾਬਾ ਬੁੱਢਾ ਜੀ ਬਹੁਤ ਆਨੰਦ ਵਿੱਚ ਹੋਏ ਹਨ। ਤੂਰਨ ਉੱਠਿਓ ਗੁਰੂ ਪਦ ਬੰਦਿਓ। ਤੁਰੰਤ ਉੱਠ ਕੇ ਗੁਰੂ ਸਾਹਿਬ ਦੇ ਚਰਨ ਬੰਦਨਾ ਕੀਤੀ। ਖੋਲ ਦੀਨ ਤਬ ਕੋਸ਼ਟ ਦੁਆਰਾ। ਤੇ ਉਸ ਕੋਠੇ ਦਾ ਦਰਵਾਜ਼ਾ ਫਿਰ ਖੋਲ ਦਿੱਤਾ। ਸਭ ਸੰਗਤ ਕੋ ਤਵੈ ਹਕਾਰਾ। ਤੇ ਸਾਰੀਆਂ ਸੰਗਤਾਂ ਨੂੰ ਫਿਰ ਸੱਦਿਆ ਹੈ। ਦਿਖਤ ਹੁਤੀ ਸੁਨ ਗੁਰ ਕੀ ਆਗਿਆ। ਇਹ ਗੁਰੂ ਸਾਹਿਬ ਦੀ ਆਗਿਆ ਹੋਈ ਦੇਖ ਕਰਕੇ ਹਰਖਤ ਭਏ ਪ੍ਰੇਮ ਰਸ ਭਾਗਿਆ। ਤੋ ਬਹੁਤ ਖੁਸ਼ ਹੈ, ਪ੍ਰੇਮ ਰਸ ਵਿੱਚ ਭਿੱਜ ਗਏ। ਹੁਮ ਹੁਮਾਏ ਸੰਗਤ ਸਭ ਆਈ। ਸਾਰੀਆਂ ਸੰਗਤਾਂ ਹੁਮ ਹੁਮਾ ਕੇ ਪਹੁੰਚੀਆਂ। ਭਈ ਭੀਰ ਤਹਿ ਥਾਉ ਨ ਪਾਈ। ਬਹੁਤ ਇਕੱਠ ਹੋ ਗਿਆ, ਕਿਤੇ ਖੜਨ ਨੂੰ ਥਾਂ ਨਹੀਂ ਹੈ। ਇਉਂ ਮਹਾਰਾਜ ਨੇ ਕਿਹਾ, ਭਾਈ ਸਾਰਿਆਂ ਨੂੰ ਇੱਥੋਂ ਦੀ ਨਿਗਾਹ ਦਿਓ ਜਿਹੜਾ ਸੰਨ ਹੈ। ਮਹਾਰਾਜ ਕਹਿੰਦੇ ਜਿੰਨੇ ਆਏ ਐ ਸਭ ਦੀ 84 ਕੱਟ ਦਿੰਨੇ ਆ। 84 ਦੇ ਵਿੱਚ ਦੀ ਨਿਗਾਹ ਕੇ ਸਿੱਧਾ ਮੁਕਤੀ। ਇਸ ਕਰਕੇ ਤੁਸੀਂ ਦੇਖੋ, ਪਹਿਲਾਂ ਮਹਾਰਾਜ ਨੂੰ ਨਮਸਕਾਰ ਕਰਨੀ, ਫਿਰ ਗੁਰਮੁਖੋ ਪ੍ਰਕਰਮਿਆਂ ਕਰਕੇ ਜਦੋਂ ਪਿਛਲੇ ਪਾਸੇ ਜਾਣਾ, ਕੰਧ ਉਵੇਂ ਹੈ, ਉੱਥੋਂ ਫਿਰ ਉਹਦੇ ਵਿੱਚ ਦੀ ਪ੍ਰਵੇਸ਼ ਹੋ ਕੇ ਤੇ ਫਿਰ ਮਹਾਰਾਜ ਦਾ ਦਰਸ਼ਨ ਕਰ, ਪ੍ਰਕਰਮਿਆਂ ਪੂਰੀ ਕਰ, ਨਮਸਕਾਰ ਕਰਨੀ। ਹੁਣ ਵੀ ਸੰਗਤਾਂ ਕਰਦੀਆਂ। ਮਹਾਰਾਜ ਕਹਿਣ ਲੱਗੇ ਵੀ ਕਿਰਪਾ ਕਰਦੇ, ਸਭ ਨੂੰ ਹੀ ਨਿਗਾਹ ਦਿਓ, ਬੜਾ ਇਕੱਠ ਹੋਇਆ ਹੈ। ਪਦ ਪੰਕਜ ਪਰਸੈ ਕਰ ਬੰਦਹਿ। ਇਉਂ ਮਹਾਰਾਜ ਦੇ ਚਰਨ ਕਮਲਾਂ ਨੂੰ ਪਰਸਦੇ ਨੇ, ਬੰਦਨਾ ਕਰਦੇ ਹਨ। ਦਰਸੈ ਸਤਿਗੁਰ ਹਿਰਦੈ ਆਨੰਦ ਹੈ। ਗੁਰੂ ਦੇ ਦਰਸ਼ਨ ਕਰਕੇ ਹਿਰਦੇ ਤੋਂ ਆਨੰਦ ਹੁੰਦੇ ਨੇ। ਧਰਹਿ ਉਪਾਇਨ ਪ੍ਰੇਮ ਵਧਾਵਹਿ। ਭੇਟਾਵਾਂ ਧਰਦੇ ਪ੍ਰੇਮ ਵਧਾਉਂਦੇ ਹਨ। ਜੈ ਜੈਕਾਰ ਉਚਾਰ ਸੁਣਾਵਹਿ। ਮਹਾਰਾਜ ਦੀ ਜੈ ਜੈਕਾਰ ਕਰਦੇ, ਉੱਚੀ ਕਹਿ ਕੇ ਸੁਣਾਉਂਦੇ ਨੇ। ਸਭ ਸੰਗਤ ਬੈਠੀ ਹਰ ਖਾਏ। ਤੇ ਸਾਰੀਆਂ ਸੰਗਤਾਂ ਬੈਠੀਆਂ ਬਹੁਤ ਖੁਸ਼ ਹਨ। ਭੇਟਨ ਕੇ ਅੰਬਾਰ ਲਗਾਏ। ਤੇ ਭੇਟਾਵਾਂ ਇੰਨੀਆਂ ਮਹਾਰਾਜ ਅੱਗੇ ਅੰਬਾਰ ਲਾ ਦਿੱਤੇ। ਸਭਨ ਕਾਮਨਾ ਸਤਿਗੁਰ ਭਰੀ। ਤੇ ਸਾਰਿਆਂ ਦੀਆਂ ਕਾਮਨਾਵਾਂ ਸਤਿਗੁਰੂ ਜੀ ਨੇ ਪੂਰੀਆਂ ਕੀਤੀਆਂ। ਬ੍ਰਿਧ ਪੁੰਨ ਕਰਿਓ ਤੁਰੰਗਨ ਖਰੀ। ਫਿਰ ਬਾਬਾ ਬੁੱਢਾ ਜੀ ਨੇ ਘੋੜੀ ਅੱਗੇ ਲਿਆ ਖੜੀ ਕੀਤੀ। ਉਠੋ ਅਰੂਢੋ ਚੱਲੋ ਕਿਰਪਾਲਾ। ਕਿਹਾ ਮਹਾਰਾਜ ਉਠੋ, ਅਸਵਾਰ ਹੋਵੋ ਕਿਰਪਾਲੂ ਸਤਿਗੁਰੂ ਜੀ, ਚੱਲੀਏ। ਸਦਨ ਆਪਣੇ ਗੋਇੰਦ ਵਾਲਾ।
ਆਪਣੇ ਘਰ ਗੋਇੰਦਵਾਲ ਸਾਹਿਬ। ਉੱਠੇ ਗੁਰੂ ਅਸ ਬਚਨ ਹਲਾਏ। ਮਹਾਰਾਜ ਉੱਠੇ ਤੇ ਸਤਿਗੁਰਾਂ ਨੇ ਫਿਰ ਇਹ ਬਚਨ ਕੀਤੇ, ਇਸੇ ਸੰਨ ਜੋ ਦਰਸ਼ਨ ਪਾਏ। ਭਾਈ ਇਸ ਸੰਨ ਦੇ ਜਿਹੜਾ ਦਰਸ਼ਨ ਕਰ ਲੂਗਾ ਇਹਦੇ ਵੇਦੀ ਲੰਘ ਜਾਵੇਗਾ। ਸਿੱਖੀ ਪ੍ਰਾਪਤ ਹੈ ਤਿਸ ਤਾਈ। ਉਹਨੂੰ ਕਹਿੰਦੇ ਸਿੱਖੀ ਦੀ ਪ੍ਰਾਪਤੀ ਹੋ ਜਾਵੇਗੀ। ਜਮਦੂਤਨ ਸਾਸਨ ਮਿਟ ਜਾਈ। ਤੇ ਜਿਹੜੇ ਜਮਦੂਤ ਨੇ, ਜਮਦੂਤਾਂ ਦੀ ਸਾਸਨ ਨਾਮ ਹੈ ਤਾੜਨਾ। ਜਿਹੜੇ ਜਮਦੂਤ ਆ ਉਹ ਤਾੜਦੇ ਰਹਿੰਦੇ ਆ ਨਾ। ਤਾੜਨਾ ਕਿੰਨੇ ਤਰ੍ਹਾਂ ਦਾ ਹੈ। ਜਿਵੇਂ ਹੁਣ ਇੱਕ ਤਾੜਨਾ ਹੁੰਦਾ ਕਿ ਆਮ ਹਿੰਦੀ ਵਿੱਚ ਕਹਿੰਦੇ ਵੀ ਫਲਾਣਾ ਮੈਨੂੰ ਤਾੜ ਰਿਹਾ, ਕਿਸੇ ਵੱਲ ਇੱਕ ਟਕ ਦੇਖਣਾ, ਉਹਨੂੰ ਵੀ ਤਾੜਨਾ। ਇੱਕ ਤਾੜਨਾ ਹੁੰਦਾ ਜਿਹੜਾ ਕਿਸੇ ਨੂੰ ਆਪਾਂ ਝਿੜਕਣਾ। ਤੇ ਇਹਦੇ ਵੱਖਰੇ ਵੱਖਰੇ ਅਰਥ ਹਨ। ਜਿਵੇਂ ਉਹ ਕਿਸੇ ਨੇ ਇੱਕ ਬੜਾ ਪ੍ਰਚਲਿਤ ਹੈ ਕਿ ਤੁਲਸੀ ਜੀ ਨੇ ਲਿਖਿਆ ਹੈ, ਢੋਲ ਗਵਾਰ ਸ਼ੂਦਰ ਅਰ ਨਾਰੀ, ਇਹ ਚਾਰੋਂ ਤਾੜਨ ਕੇ ਅਧਿਕਾਰੀ। ਉਹਦੇ ਇੱਕ ਗੁਰਮੁਖ ਨੇ ਅਰਥ ਕੀਤੇ ਬੜੇ ਪਿਆਰ ਵਾਲੇ। ਉਹ ਕਹਿੰਦੇ, ਕਿਸ ਨੇ ਕਿਹਾ ਵੀ ਇਹ ਚ ਤਾਂ ਇਹ ਕਹਿਤਾ ਵੀ ਢੋਲ ਗਵਾਰ ਸ਼ੂਦਰ ਅਰ ਨਾਰੀ। ਕਹਿੰਦੇ ਢੋਲ ਹੈ ਵਜਾਉਣ ਵਾਲਾ, ਗਵਾਰ ਨਾਮ ਮੂਰਖ ਦਾ ਹੈ, ਤੀਜਾ ਸ਼ੂਦਰ ਤੇ ਚੌਥਾ ਇਸਤਰੀ। ਇਹ ਸਭ ਤਾੜਨ ਕੇ ਅਧਿਕਾਰੀ। ਇਹ ਤਾਂ ਸਾਰੇ ਕਹਿੰਦੇ ਤਾੜਨ ਦੇ ਅਧਿਕਾਰੀ ਨੇ। ਉਹ ਭਾਵ ਫਿਰ ਉਹਨਾਂ ਨੇ ਕਿਹਾ, ਉਹ ਕਹਿੰਦੇ ਭਾਈ ਤਾੜਨ ਦੇ ਅਰਥ ਕਿਤੇ ਇੱਕ ਨਹੀਂ ਹੈ। ਦੇਖੋ ਜਦੋਂ ਕਿਸੇ ਨੂੰ ਵੀ ਹੈ ਉਹਦਾ ਅਰਥ ਬਦਲ ਜਾਂਦਾ ਨਾ। ਜਿੱਥੇ ਢੋਲ ਨੂੰ ਤਾੜਨ ਦੀ ਗੱਲ ਹੈ, ਢੋਲ ਤਾੜਿਆ ਜਾਂਦਾ ਕਿ ਢੋਲ ਤਾਂ ਹੀ ਕੰਮ ਕਰੂ ਜੇ ਕੋਈ ਡੰਡੇ ਨਾਲ ਉਹਨੂੰ ਵਜਾਊਗਾ। ਢੋਲ ਤਾੜਨਾ ਕੀ ਹੈ? ਢੋਲ ਤੇ ਡੱਗਾ ਲਾਉਣਾ। ਢੋਲ ਗਵਾਰ। ਫਿਰ ਮੂਰਖ ਜਿਹੜਾ, ਉਹਨੂੰ ਤਾੜਨ ਦਾ ਭਾਵ ਹੈ ਮੂਰਖ ਨੂੰ ਜੇ ਤਾਂ ਝਿੜਕ ਕੇ ਰੱਖੋਗੇ ਫਿਰ ਤਾਂ ਕੰਟਰੋਲ 'ਚ ਹੈ, ਤੇ ਨਹੀਂ ਕੰਟਰੋਲ 'ਚ ਨਹੀਂ ਹੈ। ਢੋਲ ਗਵਾਰ ਸ਼ੂਦਰ ਅਰ ਨਾਰੀ। ਸ਼ੂਦਰ ਨੂੰ ਤਾੜਨਾ ਭਾਵ ਕਿ ਹਰ ਸਮੇਂ ਜਿਹੜਾ ਕੋਈ ਤੁਹਾਡੀ ਸੇਵਾ ਕਰਦਾ ਹੈ ਉਹਦਾ ਖਿਆਲ ਰੱਖਣਾ। ਇੱਥੇ ਸ਼ੂਦਰ ਅਰ ਨਾਰੀ। ਜਿਵੇਂ ਇਸਤਰੀ ਤਾੜਨਾ ਕੀ ਹੈ ਕਿ ਉਹ ਭਾਈ ਜਿਵੇਂ ਕੋਈ ਜਾਂਦਾ ਹੈ, ਅੱਗੇ ਦੁਨੀਆ ਤੁਰ ਕੇ ਜਾਂਦੀ ਹੁੰਦੀ ਸੀ, ਕਿ ਇਸ ਤਰ੍ਹਾਂ ਉਹਨੂੰ ਤਾੜਦੇ ਰਹਿਣਾ ਇਸਤਰੀ ਨੂੰ। ਇਹ ਨਾ ਹੋਵੇ ਤੂੰ ਮੂੰਹ ਚੱਕਿਆ ਹੋਰ ਪਾਸੇ ਨੂੰ, ਅੱਗੇ ਲੁੱਟਣ ਵਾਲੇ ਆ ਜਾਂਦੇ ਸੀ, ਹੋਰ ਬੜਾ ਕੁਝ ਹੁੰਦਾ ਸੀ। ਤੇ ਇਸ ਕਰਕੇ ਉਹ ਕਹਿੰਦੇ ਤਾੜਨ ਦਾ ਭਾਵ ਹੈ ਹਰ ਸਮੇਂ ਇਹ ਨਿਗਾਹ ਰਾਹੇ ਪਾਂਦੇ ਜਾਂਦਿਆਂ ਨਾਲ ਰੱਖਣੀ। ਇਹ ਤਾੜਨਾ ਹੈ। ਹੁਣ ਉਹ ਅਰਥ ਕਰਨ ਵਾਲੇ ਜਿਵੇਂ ਅੱਜ ਕੱਲ੍ਹ ਆਮ ਹੀ ਕਰੀ ਜਾਂਦੇ, ਦੇਖੋ ਜਿਵੇਂ ਢੋਲਵੇਂ ਨੂੰ ਤਾੜਨਾ ਕੁੱਟਣਾ ਨਹੀਂ ਹੁੰਦਾ ਹੈ। ਤੋ ਇੱਥੇ ਵੀ ਤਾੜਨ, ਇਹਦਾ ਸਾਸਨ ਦਾ ਅਰਥ ਹੈ ਤਾੜਨਾ। ਜਮਦੂਤਨ ਸਾਸਨ ਮਿਟ ਜਾਈ। ਜਿਹੜਾ ਜਮਦੂਤਾਂ ਦਾ ਤਾੜ ਹੈ, ਜਮਦੂਤਾਂ ਦੀ ਤਾੜ ਵੇਖਣਾ, ਜਮਦੂਤਨ ਭੈ, ਇਹ ਸਾਰਾ ਮਹਾਰਾਜ ਕਹਿੰਦੇ ਮਿਟ ਜਾਵੇਗਾ। ਅਸ ਕਹਿ ਬਹਿਰ ਆਏ ਸੁਖਦਾਈ। ਇਸ ਤਰ੍ਹਾਂ ਕਹਿ ਕੇ ਸੁੱਖਾਂ ਦੇ ਦਾਤੇ ਸਤਿਗੁਰੂ ਬਾਹਰ ਆਏ ਹਨ। ਦਾਸ ਤੁਰੰਗਨ ਕੀ ਅਗਵਾਈ। ਤੇ ਸੇਵਕ ਨੇ ਘੋੜੀ ਦੀਆਂ ਲਗਾਮਾਂ ਫੜੀਆਂ, ਅੱਗੇ ਅੱਗੇ ਤੁਰ ਪਏ। ਤਬ ਸ੍ਰੀ ਅਮਰ ਫੇਰ ਕਰ ਹਾਥਾ। ਤਾਂ ਗੁਰੂ ਅਮਰਦਾਸ ਮਹਾਰਾਜ ਉਸ ਘੋੜੀ ਤੇ ਹੱਥ ਫੇਰ ਕਰਕੇ ਚੜ੍ਹੇ ਸਿਮਰ ਸ੍ਰੀ ਨਾਨਕ ਨਾਥਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਮਾਲਕ ਨੂੰ ਯਾਦ ਕਰਕੇ ਅਸਵਾਰ ਹੋ ਗਏ। ਆਵਤ ਭੇ ਤਬ ਗੋਇੰਦਵਾਲ। ਫਿਰ ਮਹਾਰਾਜ ਜੀ ਗੋਇੰਦਵਾਲ ਸਾਹਿਬ ਆ ਗਏ। ਭੇ ਪ੍ਰਸੰਨ ਨਰ ਨਾਰੀ ਜਾਲ। ਤੋ ਜਿੰਨੇ ਵੀ ਮਾਈ ਭਾਈ ਹਨ ਸਾਰੇ, ਜਾਲ ਦਾ ਅਰਥ ਵੀ ਇੱਥੇ ਸਾਰੇ ਮਾਈ ਭਾਈ ਪ੍ਰਸੰਨ ਹੋ ਗਏ। ਦੀਪ ਮਾਲ ਸਗਰੇ ਪੁਰ ਹੋਈ। ਸਾਰੇ ਗੋਇੰਦਵਾਲ ਨਗਰੀ ਵਿੱਚ ਦੀਪ ਮਾਲਾ ਹੋਈ।
ਦਰਸ਼ਨ ਕੋ ਆਏ ਸਭ ਕੋਈ। ਸਾਰੇ ਮਹਾਰਾਜ ਦੇ ਦਰਸ਼ਨਾਂ ਨੂੰ ਪਹੁੰਚੇ ਹਨ। ਫੂਲਨ ਮਾਲ ਆਨ ਤੇ ਕੇ, ਕੋਈ ਜਿਹੜੇ ਨੇ ਉਹ ਫੁੱਲਾਂ ਦੀਆਂ ਮਾਲਾ ਲੈ ਲੈ ਕੇ ਆ ਰਹੇ ਹਨ। ਦਰ ਮਹਿ ਕਿਤਕ ਆਨ ਫਲ ਲਈ, ਕੋਈ ਭਾਈ ਦਰ ਸਹਿ ਕਿਤਕ, ਕੋਈ ਆ ਕੇ ਫਲ ਤੇ ਆਦਿਕ ਲਿਆਉਂਦਾ, ਮਹਾਰਾਜ ਦੇ ਦਰਸ਼ਨ ਕਰਦਾ ਹੈ। ਮਦਰ ਪ੍ਰਸਾਦ ਭਇਓ ਸਮਦਾਈ, ਮਿੱਠਾ ਪ੍ਰਸਾਦ ਜਿਹੜਾ ਉਹ ਬਹੁਤ ਤਿਆਰ ਹੋਇਆ ਹੈ। ਵਰਤਹਿ ਸੰਗਤ ਸਗਲ ਅਗਾਈ, ਸਾਰੀਆਂ ਸੰਗਤਾਂ 'ਚ ਵਰਤਿਆ ਸਭ ਤ੍ਰਿਪਤ ਹੋਏ ਹਨ। ਅਸ ਉਤਸ਼ਬ ਮਹਿ ਰਜਨੀ ਥਾਈ, ਐਸੇ ਮਹਾਰਾਜ ਦੇ ਆਉਣ ਦੀ ਖੁਸ਼ੀ ਵਿੱਚ ਉਤਸ਼ਬ ਦੇ ਵਿੱਚ ਹੀ ਫਿਰ ਗੁਰਮੁਖੋ ਰਾਤਰੀ ਆ ਗਈ। ਪਠ ਸੋਹਿਲਾ ਸੁਪਤੇ ਸੁਖ ਪਾਈ, ਸੋਹਿਲਾ ਸਾਹਿਬ ਦਾ ਪਾਠ ਕੀਤਾ, ਸਭ ਆਰਾਮ ਵਿੱਚ ਸੌਂ ਗਏ, ਸੁੱਤੇ ਸੁਖ ਪਾਇਆ ਹੈ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਹੈ। ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਤ੍ਰਿਤੀਏ ਮਹੱਲੇ, ਤੀਜੇ ਮਹੱਲੇ ਦੇ ਸ੍ਰੀ ਗੁਰ ਗੋਇੰਦਵਾਲ ਆਗਮਨ ਪ੍ਰਸੰਗ ਵਰਣਨ। ਸ੍ਰੀ ਗੁਰੂ ਅਮਰਦਾਸ ਜੀ ਦਾ ਗੋਇੰਦਵਾਲ ਸਾਹਿਬ ਆਉਣ ਦਾ ਪ੍ਰਸੰਗ ਵਰਣਨ ਕੀਤਾ। ਨਾਮ ਪ੍ਰਥਮ ਮੰਦਰ ਹੈ। ਇਹ ਗੁਰੂ ਅਮਰਦਾਸ ਮਹਾਰਾਜ ਜੀ ਤੀਜੇ ਮਹੱਲੇ ਦੇ ਪਹਿਲੇ ਘਰ ਦਾ ਪ੍ਰਸੰਗ ਹੈ। ਅੱਗੇ ਕੱਲ ਆਪਾਂ ਅਗਲਾ ਪ੍ਰਸੰਗ ਪੜ੍ਹਾ ਸੁਣਾਂਗੇ। ਹੁਣ ਲਗਭਗ ਟਾਈਮ ਹੋ ਗਿਆ ਹੈ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।